ਸਾਡੀ ਪਹਿਲਾਂ ਮਦਰ ਜਾਂ ਸਾਡੀ ਨਾਨੀ ਜਾਂ ਦਾਦੀ ਉਸ ਟਾਈਮ ਦੇ ਕਹਿ ਲਈਏ ਤਾਂ ਬਾਬਿਆਂ ਕੋਲ ਜਾਂਦੇ ਸੀ। ਪਹਿਲਾਂ ਉਹ ਬਾਬੇ ਮਤਲਬ ਗੁਰਦੁਆਰੇ 'ਚ ਬੈਠੇ ਹੁੰਦੇ ਸੀ ਜਾਂ ਡੇਰੇ 'ਚ ਬੈਠੇ ਹੁੰਦੇ ਸੀ। ਉਹ ਕੀ ਕਰਦੇ ਸੀ, ਇਲਾਇਚੀਆਂ ਕਰਕੇ ਤੁਹਾਨੂੰ ਦੇ ਦਿੰਦੇ ਸੀ। ਉਹ ਤਾਂ ਇਲਾਇਚੀ ਆ, ਜੇ ਤੁਸੀਂ ਡੇਲੀ ਇਲਾਇਚੀ ਖਾਓ ਜਾਂ ਤੀਸਰੇ ਦਿਨ ਇਲਾਇਚੀ ਖਾਓ, ਤੁਹਾਡੀਆਂ ਮਤਲਬ ਬਿਮਾਰੀਆਂ ਰਹਿਣਗੀਆਂ ਨਹੀਂ ਤੁਹਾਡੀ ਬੋਡੀ 'ਚ। ਜੱਜ ਵੀ ਬਣ ਜਾਵੇ ਕੋਈ ਕੁੜੀ ਤਾਂ ਉਹਨੂੰ ਫਿਰ ਵੀ ਜਿੱਦਾਂ ਜੇ ਆਪਾਂ ਕਹੀਏ ਵੀ ਸਿੰਪਲ ਰਸਤਾ ਨਹੀਂ ਮਿਲਦਾ, ਸੌਖਾ ਰਸਤਾ ਨਹੀਂ ਮਿਲਦਾ ਉਹਨੂੰ। ਜੱਜ ਬਣ ਕੇ ਵੀ ਉਹਦੀ ਲਾਈਫ ਵਿੱਚ ਭਾਵੇਂ ਕਿ ਉਹ ਹੋਰ ਲੋਕਾਂ ਲਈ ਫੈਸਲੇ ਕਰਦੀ ਹੋਊਗੀ ਤੇ ਪਰ ਆਪਦੇ ਲਈ ਫਿਰ ਵੀ ਉਹਨੂੰ ਹਰ ਫੈਸਲਾ ਪੁੱਛ ਕੇ ਹੀ ਕਰਨਾ ਪੈਂਦਾ ਹੈਗਾ। ਸਰਕਾਰਾਂ ਦਾ ਹੀ ਰੋਲ ਹੈਗਾ ਹੁਣ ਕਿ ਜਿਵੇਂ ਮਦਾਰੀ ਖੇੜਾ ਪਾ ਰਿਹਾ ਹੈਗਾ ਤੇ ਉਹਦੇ 'ਚ ਅਸੀਂ 5 ਮਿੰਟ ਦੇਖਦੇ ਹਾਂ, ਅਸੀਂ ਆਪਣਾ ਦੁੱਖ ਭੁੱਲ ਜਾਂਦੇ ਹਾਂ, ਜਦੋਂ ਕਿ ਸਾਨੂੰ ਮਦਾਰੀ ਨਹੀਂ ਚਾਹੀਦੇ। ਸਾਨੂੰ ਇਦਾਂ ਦੇ ਸਾਨੂੰ ਸਰਕਾਰਾਂ ਇਦਾਂ ਨਹੀਂ ਚਾਹੀਦੀਆਂ, ਇਦਾਂ ਦੇ ਲੀਡਰ ਚਾਹੀਦੇ ਜਿਹੜੇ ਸਾਡੀਆਂ ਉਹ ਪ੍ਰੋਬਲਮ ਦਾ ਸਮਾਧਾਨ ਕਰਨ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਗੁਰਦਾਸ ਮਾਨ ਹੁਣਾਂ ਨੇ ਬੜਾ ਖੂਬਸੂਰਤ ਕਿਹਾ ਹੈ, ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਸੋ ਬਿਲਕੁਲ ਜੀ, ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਕੁੜੀਆਂ ਦੀ ਤਾਂ ਅੱਜ ਕੱਲ੍ਹ ਹਰ ਖੇਤਰ ਦੇ ਵਿੱਚ ਬੜੀਆਂ ਮੱਲਾਂ ਮਾਰ ਰਹੀਆਂ ਨੇ ਕੁੜੀਆਂ, ਹਰ ਵੇਲੇ ਹੀ ਅੱਗੇ ਆ ਰਹੀਆਂ ਨੇ। ਸੋ ਅੱਜ ਅਸੀਂ ਇੱਕ ਐਸੀ ਔਰਤ ਦੇ ਨਾਲ ਮਿਲਣ ਦੇ ਲਈ ਪਹੁੰਚੇ ਹੋਏ ਹਾਂ ਜੋ ਇੱਕ ਘਰੇਲੂ ਵੈਦ ਵੀ ਹੈ ਤੇ ਨਾਲ ਰਾਈਟਰ ਵੀ ਹੈ। ਬਿਲਕੁਲ ਜੀ, ਗੱਲ ਕਰ ਰਹੀ ਹਾਂ ਮੋਗਾ ਦੀ ਵਸਨੀਕ ਨੇ ਬੇਅੰਤ ਕੌਰ ਗਿੱਲ ਹੋਣੀ। ਸੋ ਅਸੀਂ ਆਮ ਤੌਰ ਤੇ ਫੇਸਬੁੱਕ ਤੇ ਅਕਸਰ ਹੀ ਉਹਨਾਂ ਦੇ ਨਾਲ ਲਾਈਵ ਜੁੜਦੇ ਰਹਿੰਦੇ ਹਾਂ। ਤੁਸੀਂ ਵੀ ਜੁੜਦੇ ਹੋ ਤੇ ਦੇਖਦੇ ਹੋ ਕਿ ਬੇਅੰਤ ਮੈਡਮ ਬੜਾ ਹੀ ਆਪਣੇ ਨਿੱਜੀ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਨੇ, ਪਰ ਜਦੋਂ ਉਹਨਾਂ ਨੇ ਇੱਕ ਐਸਾ ਤਰੀਕਾ ਅਜਮਾਇਆ ਜਿਸ ਦੇ ਨਾਲ ਤੁਹਾਨੂੰ ਬਹੁਤ ਵੱਡਾ ਫਾਇਦਾ ਜਿਹੜਾ ਪਹੁੰਚਣ ਵਾਲਾ ਹੈ। ਸੋ ਤਰੀਕਾ ਕੀ ਹੈ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਪਹਿਲਾਂ ਆਪਾਂ ਮੈਡਮ ਹੁਣਾਂ ਦਾ ਸਵਾਗਤ ਜਿਹੜਾ ਡੇਲੀ ਪੋਸਟ ਪੰਜਾਬੀ ਦੇ ਕਰ ਲੈਂਦੇ ਹਾਂ। ਸੋ ਸਤਿ ਸ਼੍ਰੀ ਅਕਾਲ ਮੈਮ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ ਤੁਹਾਡੀ ਸਾਰੀ ਟੀਮ ਦਾ, ਮਨਦੀਪ ਜੀ ਇੱਥੇ ਆਉਣ ਤੇ ਜੀ ਆਇਆਂ ਨੂੰ। ਸੋ ਮੈਮ, ਸਭ ਤੋਂ ਪਹਿਲਾਂ ਤਾਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਨੇ ਲਿਖੀਆਂ ਹੋਈਆਂ ਨੇ, ਤੁਸੀਂ ਰਾਈਟਰ ਵੀ ਹੋ, ਹੈ ਨਾ। ਨਾਲ ਦੀ ਨਾਲ ਅਸੀਂ ਆਮ ਤੌਰ 'ਤੇ ਤੁਹਾਨੂੰ ਫੇਸਬੁੱਕ 'ਤੇ ਲਾਈਵ ਦੇਖਦੇ ਰਹਿੰਦੇ ਹਾਂ ਜੋ ਤੁਸੀਂ ਇੱਕ ਘਰੇਲੂ ਨੁਸਖਾ ਦੱਸਦੇ ਹੁੰਦੇ ਆ, ਜਿਹਦੇ ਵਿੱਚ ਕੁਝ ਲੋਕਾਂ ਨੂੰ ਆਮ ਤੌਰ 'ਤੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ, ਹੈ ਨਾ। ਉਹ ਬਿਮਾਰੀਆਂ ਉਹਨਾਂ ਦੀ ਠੀਕ ਹੋ ਜਾਂਦੀਆਂ ਨੇ। ਇਹ ਤੁਸੀਂ ਜਿਹੜਾ ਨੁਸਖਾ ਸੀ ਕਿੱਦਾਂ ਅਪਣਾਇਆ ਸੀ? ਐਕਚੁਅਲੀ ਇਹ ਮੇਰਾ ਜਦੋਂ ਛੋਟਾ ਬੇਬੀ ਹੋਇਆ, ਇਹ 2013 ਦੀ ਗੱਲ ਹੈਗੀ ਆ, ਤਾਂ ਉਦੋਂ ਮਤਲਬ ਮੈਂ ਬਹੁਤ ਜ਼ਿਆਦਾ, ਮੈਨੂੰ ਜਿਹਨੂੰ ਆਪਾਂ ਗਠੀਆ ਕਹਿ ਦਿੰਦੇ ਹਾਂ, ਹੋ ਗਿਆ ਸੀਗਾ। ਤਾਂ ਬਿਲਕੁਲ ਮੈਂ ਜੁੜ ਗਈ ਸੀ। ਤਾਂ ਮੇਰੇ ਨੰਦ ਦੀ ਫਰੈਂਡ ਸੀਗੀ, ਗਾਇਨਕੋਲੋਜਿਸਟ ਡਾਕਟਰ ਹੈਗੇ ਆ, ਅਤੇ ਉਹਨਾਂ ਦੀ ਮਤਲਬ ਜਿਹੜੇ ਜਿਵੇਂ ਕਹਿ ਦਈਏ ਉਹਨਾਂ ਦਾ ਜੱਦੀ ਜਿਹੜਾ ਸੀਗਾ, ਉਹ ਜਿੱਦਾਂ ਇੱਦਾਂ ਦੇਸੀ ਦਵਾਈਆਂ ਦਾ ਹੀ ਉਹਦੇ ਬ੍ਰਦਰ ਦਾ ਸਾਰੇ ਜਿਵੇਂ ਫਾਦਰ ਸਾਹਿਬ ਇੱਦਾਂ ਦਾ ਕੰਮ ਕਰਦੇ ਸੀਗੇ। ਅਤੇ ਉਹ ਕੁੜੀ ਨੂੰ ਨੌਲੇਜ ਸੀਗੀ, ਜਦੋਂ ਕਿ ਉਹ ਡਾਕਟਰ ਗਾਇਨਕੋਲੋਜਿਸਟ ਸੀਗੀ। ਤਾਂ ਉਹ ਅਮਰੀਕਾ ਤੋਂ ਇੱਥੇ ਆਏ ਸੀ ਹਫ਼ਤੇ ਲਈ। ਤਾਂ ਫਿਰ ਉਹਨਾਂ ਨੇ ਜੋ ਦੇਖਿਆ ਤਾਂ ਉਹਨਾਂ ਨੇ ਮੈਨੂੰ ਦਵਾਈ ਬਣਾ ਕੇ ਦਿੱਤੀ ਸੀ ਅਤੇ ਮੈਂ ਬਿਲਕੁਲ ਠੀਕ ਹੋ ਗਈ ਸੀ। ਤਾਂ ਪਹਿਲਾਂ ਜਦੋਂ ਕਿ ਮੈਂ ਪੂਰਾ ਸਾਲ ਮੈਂ ਜਿਵੇਂ ਡਾਕਟਰ ਦੇ ਆਪਾਂ ਹੱਡੀਆਂ ਵਾਲੇ ਡਾਕਟਰ ਦੀ ਦਵਾਈ ਖਾਧੀ ਤਾਂ ਉਹਦੇ ਨਾਲ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆ। ਇੱਕ ਇੰਜੈਕਸ਼ਨ ਮੇਰੇ ਲੱਗਦਾ ਹੁੰਦਾ ਸੀ, ਹਰ ਹਫ਼ਤੇ ਬਾਅਦ ਇੰਜੈਕਸ਼ਨ ਲਵਾਇਆ ਉਹ ਨਾ, ਅਤੇ ਬਸ ਠੀਕ ਹੋ ਜਾਣਾ, ਹੈ ਨਾ। ਤਾਂ ਫਿਰ ਜਿੱਦਾਂ ਉੱਥੇ ਇੱਕ ਡਾਕਟਰ ਦੇ, ਜਿੱਦਾਂ ਸਾਡੇ ਇੱਥੇ ਫੇਮਸ ਹੀ ਆ ਹੱਡੀਆਂ ਦੇ ਡਾਕਟਰ ਹੀ ਹੈਗੇ ਆ, ਤਾਂ ਉੱਥੇ ਇੱਕ ਨਾ ਨਰਸ ਕੁੜੀ ਸੀਗੀ, ਸ਼ਾਇਦ ਉਹ ਮਤਲਬ ਉਹਨਾਂ ਦੀ ਜਿਵੇਂ ਆਪਾਂ ਸਟਾਫ 'ਚ ਵੱਡੀ ਜਿਵੇਂ ਨਰਸ ਕਹਿ ਦਿੰਦੇ ਹੈਗੇ। ਅਤੇ ਉਹ ਕੁੜੀ ਮੈਨੂੰ ਇੱਕ ਦਿਨ ਕਹਿੰਦੀ ਕਿ ਮੈਂ ਨਾ ਬਹੁਤ ਦੇਰ ਤੋਂ ਤੁਹਾਨੂੰ ਦੇਖ ਰਹੀ ਹਾਂ ਕਿ ਤੁਸੀਂ ਇੱਦਾਂ ਇੰਜੈਕਸ਼ਨ ਲਵਾਉਣਾ ਬੰਦ ਕਰ ਦਿਓ, ਕਿ ਇਹ ਤੁਹਾਡੇ ਲਈ ਸਹੀ ਨਹੀਂ ਆ। ਤਾਂ ਮੈਨੂੰ ਵੀ ਲੱਗਾ ਕਿ ਇੱਕ ਹੋਸਪੀਟਲ 'ਚ ਰਹਿੰਦੇ ਆ ਉਹ, ਮਤਲਬ ਇਹ ਗੱਲ ਜੇ ਮੈਨੂੰ ਕਹਿ ਰਹੀ ਤਾਂ ਉਹਦੀ ਸਿੰਪਥੀ ਵੀ ਆ ਮੇਰੇ ਨਾਲ, ਔਰ ਉਹਦੇ 'ਚ ਜ਼ਰੂਰ ਮੇਰਾ ਕੋਈ ਨੁਕਸਾਨ ਵੀ ਆ ਵੀ ਉਸ ਟੀਕੇ ਨਾਲ। ਤਾਂ ਫਿਰ ਮੈਂ ਉਹ ਟੀਕਾ ਜਦੋਂ ਬੰਦ ਤਾਂ ਕਰ ਦਿੱਤਾ, ਪਰ ਮੈਂ ਠੀਕ ਨਹੀਂ ਹੋਈ, ਕਾਫੀ ਦਵਾਈ ਖਾਧੀ। ਫਿਰ ਉਹ ਕੁੜੀ ਜਦੋਂ ਆਈ ਸਾਡੇ ਅਮਰੀਕਾ ਤੋਂ, ਮੇਰੀ ਨਾਨੀ ਦੀ ਫਰੈਂਡ ਸੀ, ਤਾਂ ਉਹਨਾਂ ਨੇ ਬਣਾ ਕੇ ਦਿੱਤੀ ਸੀ। ਤਾਂ ਫਿਰ ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ। ਫਿਰ ਮੈਨੂੰ ਲੱਗਾ ਕਿ ਮੈਂ ਹੋਰ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਜਿੰਨੀ ਤੱਕ ਮਤਲਬ ਪਹੁੰਚ ਹੁੰਦੀ ਸੀ ਆਪਾਂ ਦਿੰਦੇ ਹਾਂ, ਪਰ ਫਿਰ ਇੱਕ ਡਰ ਬਣਿਆ ਰਹਿੰਦਾ ਆਪਣੇ ਦਿਮਾਗ 'ਚ ਕਿ ਕਿਸੇ ਨੂੰ ਕੋਈ ਗਲਤ ਉਹਦਾ ਸਾਈਡ ਇਫੈਕਟ ਨਾ ਹੋ ਜਾਵੇ, ਜਾਂ ਕੁਦਰਤੀ ਕੋਈ ਗੱਲ ਬਣ ਜੇ ਤਾਂ ਫਿਰ ਆਪਣੇ 'ਤੇ ਉਹ ਚੀਜ਼ ਅਸਰ ਕਰਦੀ ਹੈ। ਤਾਂ ਕਰਕੇ ਉਹਨੂੰ ਜ਼ਿਆਦਾ ਮੈਂ ਵਾਇਰਲ ਨਹੀਂ ਕੀਤਾ, ਪਰ ਹੁਣ ਦੋਸਤਾਂ ਮਿੱਤਰਾਂ ਦੇ ਕਹਿਣ 'ਤੇ ਤਾਂ ਮੈਨੂੰ ਲੱਗਾ ਕਿ ਮੈਂ ਸਾਰਿਆਂ ਨੂੰ ਇਹ ਨੁਸਖਾ ਦੱਸਾਂ, ਚਲੋ ਆਪਣੇ ਰਿਸਕ 'ਤੇ ਅਪਣਾਉਣ। ਜੀ ਹਾਂ, ਬਿਲਕੁਲ ਜੀ। ਅਸੀਂ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਫੇਸਬੁੱਕ 'ਤੇ ਮੈਮ ਉਹਨਾਂ ਦਾ ਪੇਜ ਵੀ ਆ ਬੇਅੰਤ ਕੌਰ ਗਿੱਲ ਦੇ ਨਾਮ 'ਤੇ, ਜਿੱਥੇ ਅਕਸਰ ਇਹ ਜਿਹੜੀ ਵੀਡੀਓ ਇਹਨਾਂ ਨੇ ਪਾਉਂਦੇ ਰਹਿੰਦੇ ਆ ਕਿ ਇਹਨਾਂ ਨੇ ਹਲਦੀ ਦੇ ਨਾਲ ਜਿਹੜੇ ਘਰ ਦੀਆਂ ਚੀਜ਼ਾਂ ਨੇ, ਦੇਸੀ ਚੀਜ਼ਾਂ ਨੇ, ਕਿ ਜਿਸ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ, ਉਹਦੇ ਨਾਲ ਇੱਕ ਦਵਾਈ ਤਿਆਰ ਕੀਤੀ ਹੈ। ਕਈ ਵਾਰ ਕੀ ਹੁੰਦਾ, ਆਮ ਤੌਰ 'ਤੇ ਅੱਜ ਕੱਲ੍ਹ ਚਾਹੇ ਨੌਜਵਾਨ ਕੁੜੀਆਂ ਮੁੰਡੇ, ਉਹਨਾਂ ਦੇ ਵੀ ਜੁਆਇੰਟ ਦੇ ਵਿੱਚ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਗਠੀਆ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਆਮ ਤੌਰ 'ਤੇ ਅਕਸਰ ਇਹ ਜਿਹੜੇ ਦਰਦ ਨੇ ਬਹੁਤ ਪਰੇਸ਼ਾਨ ਕਰਦੇ ਨੇ। ਸੋ ਅਸੀਂ ਤੁਹਾਨੂੰ ਦੱਸਾਂਗੇ ਕਿ ਦਵਾਈ ਤਿਆਰ ਕਿੱਦਾਂ ਕਰਨੀ ਹੈ। ਸੋ ਆਪਾਂ ਪਹਿਲਾਂ ਆਪਣੇ ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਨੂੰ ਦੱਸਾਂਗੇ ਕਿ ਇਹ ਜਿਹੜੀ ਦਵਾਈ ਆ ਇਹਨੂੰ ਬਣਾਉਣਾ ਕਿੱਦਾਂ, ਤੇ ਨਾਲੇ ਕੀ ਕੀ ਲਿਆ ਜਾਂਦਾ, ਜਿਹੜੇ ਤੁਸੀਂ ਦੇਸੀ ਚੀਜ਼ਾਂ ਦੀ ਵਰਤੋਂ ਕਰ ਰਹੇ ਹੋ ਉਹਦੇ ਵਿੱਚ ਕੀ ਹੈ?
ਇਹਦੇ ਚ ਮੈਮ ਆਪਾਂ ਤਿੰਨ ਤਾਂ ਪਾਊਡਰ ਲੈਣੇ, ਤਿੰਨ ਤਰ੍ਹਾਂ ਦੇ। ਜੀ। ਇੱਕ ਸੁੰਡ ਹੈ, ਜਿਹਨੂੰ ਆਪਾਂ ਪੰਜਾਬੀ ਚ ਸੁੰਡ ਤੇ ਅੰਬਾ ਹਲਦੀ। ਇਹ ਸੁੰਡ ਜਿਹੜੀ ਅਦਰਕ ਦਾ ਹੀ ਇੱਕ ਰੂਪ ਹੈਗਾ ਵਾ। ਇੱਕ ਅੰਬਾ ਹਲਦੀ, ਇੱਕ ਅਸ਼ਵਗੰਧਾ ਹੈਗਾ। ਇਹ ਤਿੰਨੇ ਚੀਜ਼ਾਂ ਜਿਹੜੀਆਂ ਹੈਗੀਆਂ ਕਰਿਆਨੇ ਦੀ ਦੁਕਾਨ ਤੋਂ ਜਿੱਦਾਂ ਮਿਲ ਜਾਂਦੀਆਂ। ਇਹ ਕੀ ਚੀਜ਼ ਹੈ? ਇਹ ਆਪਣੀ ਹੈਗੇ ਆ ਸੁੰਡ। ਜੀ, ਪਹਿਲਾਂ ਤੁਸੀਂ ਸੁੰਡ ਨੂੰ ਲੈ ਲੈਣਾ ਐਂਡ ਹਾਂਜੀ, ਇਹ ਅਸ਼ਵਗੰਧਾ ਹੈ ਜੀ। ਜੀ ਅਸ਼ਵਗੰਧਾ, ਇਹ ਅੰਬਾ ਹਲਦੀ ਆ। ਇਹ ਅੰਬਾ ਹਲਦੀ। ਸੋ ਬਿਲਕੁਲ ਜੀ, ਤੁਸੀਂ ਸੁਣ ਲਿਆ ਕਿ ਇੱਕ ਅੰਬਾ ਹਲਦੀ, ਫਿਰ ਉਸ ਤੋਂ ਬਾਅਦ ਅਸ਼ਵਗੰਧਾ, ਫਿਰ ਉਸ ਤੋਂ ਬਾਅਦ ਸੁੰਡ ਲੈਣੀ ਆ ਜੀ। ਤੇ ਫਿਰ ਆਪਾਂ ਇਹ ਸਪਰਾਈਟ, ਇਹਦੇ ਚ ਇੱਕ ਚੀਜ਼ ਧਿਆਨ ਰੱਖਣ ਵਾਲੀ ਹੈ ਕਿ ਆਪਾਂ ਇਹਦੀ ਮਸ਼ਹੂਰੀ ਨਹੀਂ ਕਰ ਰਹੇ। ਜੀ। ਮਤਲਬ ਉਹਨਾਂ ਨੇ ਸਪਰਾਈਟ ਚ ਬਣਾਇਆ ਸੀ ਤਾਂ ਉਹੀ ਚੀਜ਼ ਮੇਰੇ ਦਿਮਾਗ ਚ ਹੈ ਕਿ ਸਪਰਾਈਟ ਚ ਵੀ ਜੇ ਜਿਹੜੇ ਸਾਲਟ ਸਪਰਾਈਟ ਚ ਤੇ ਦੂਸਰਾ ਆਪਾਂ ਕੋਲਡ ਡਰਿੰਕ ਵੀ ਵਰਤ ਸਕਦੇ ਹੈਗੇ ਹਨਾ। ਤੇ ਮੇਨ ਚੀਜ਼ਾਂ ਤੇ ਇਹੀ ਤੇ ਇੱਕ ਨਾ ਮਤਲਬ ਇਹ ਜਿਹੜਾ ਅਸ਼ਵਗੰਧਾ ਹੈਗਾ ਨਾ, ਉਹ ਅਸੀਂ ਪਹਿਲਾਂ ਉਹਨਾਂ ਨੇ ਡੋਡੀ ਪਾਊਡਰ ਵਰਤਿਆ ਸੀ, ਪਰ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਡੋਡੀ ਪਾਊਡਰ ਨਹੀਂ ਮਿਲਦਾ, ਇਹ ਗੁਜਰਾਤ ਚੋਂ ਮਿਲ ਜਾਂਦਾ ਵੈਸੇ, ਜੇ ਨਹੀਂ ਮਿਲਦਾ ਫਿਰ ਤੁਸੀਂ ਅਸ਼ਵਗੰਧਾ ਵਰਤ ਸਕਦੇ ਹੋ। ਤਾਂ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਜਿੱਦਾਂ ਇਹ ਇੰਨੀ ਕੁ ਬੋਤਲ ਹੈਗੀ ਹੈ 750 ml ਦੀ ਹੈਗੀ ਆ। ਜੇ ਇਹਦੀ ਉਵੇਂ ਕੋਸਟ ਦੇ ਹਿਸਾਬ ਨਾਲ ਦੇਖੀਏ, ਕਈ ਵਾਰ ਨਹੀਂ ਲੋਕਾਂ ਨੂੰ ਪਤਾ ਹੁੰਦਾ ਕਿ 750 ml ਕਿੰਨਾ ਹੈਗਾ, ਤਾਂ ਇਹ ਮਤਲਬ 40 ਰੁਪਏ ਦੀ ਬੋਤਲ ਜਿਹੜੀ ਤੁਹਾਨੂੰ ਮਿਲਦੀ ਹੈਗੀ ਆ। ਇਹਦੇ 'ਚ ਤੁਸੀਂ 2-2 ਸਪੂਨ ਸਾਰੀਆਂ ਚੀਜ਼ਾਂ ਦੇ ਪਾਓਗੇ ਤਾਂ ਫਿਰ ਇਹਨੂੰ ਬੰਦ ਕਰਕੇ ਹੌਲੀ ਹੌਲੀ ਇਹਦੀ ਆਪਾਂ ਗੈਸ ਜਿੱਦਾਂ ਕੱਢ ਦਾਂਗੇ ਤੇ ਦਵਾਈ ਤਿਆਰ ਹੋ ਜਾਂਦੀ ਹੈਗੀ ਆ। ਜੇਕਰ ਗੱਲ ਕੀਤੀ ਜਾਵੇ, ਕਈ ਵਾਰ ਕੀ ਹੁੰਦਾ ਆ, ਜਿਹੜੇ ਇਹ ਤੁਸੀਂ ਤਿੰਨ ਚੀਜ਼ਾਂ ਰੱਖੀਆਂ ਨੇ, ਇਹ ਸਾਨੂੰ ਪੀਸੀਆਂ ਹੋਈਆਂ ਮਿਲ ਜਾਂਦੀਆਂ ਨੇ ਜਾਂ ਘਰ ਬਣਾਉਣੀਆਂ ਪੈਂਦੀਆਂ ਨੇ? ਇਹ ਪੀਸੀਆਂ ਹੋਈਆਂ ਮਿਲ ਜਾਂਦੀਆਂ, ਪਰ ਮੈਂ ਸੋਚਦੀ ਹਾਂ ਕਿ ਜੇ ਤੁਸੀਂ ਮਤਲਬ ਵਧੀਆ ਤਰੀਕੇ ਨਾਲ ਚਾਹੁੰਦੇ ਕਿ ਹਰ ਚੀਜ਼ ਜਿੱਦਾਂ ਅੱਜ ਕੱਲ੍ਹ ਅਸਲੀ ਤਾਂ ਕੁਝ ਵੀ ਨਹੀਂ ਆ ਸਮਾਜ 'ਚ, ਇਨਸਾਨ ਵੀ ਅਸਲੀ ਨਹੀਂ ਰਹੇ ਦੇਖਿਆ ਜਾਵੇ ਤਾਂ ਹਨਾ। ਤਾਂ ਫਿਰ ਜੇ ਅਸੀਂ ਚਾਹੁੰਦੇ ਅਸਲੀ ਤਾਂ ਸਾਨੂੰ ਇਹ ਓਰੀਜਨਲ ਤੌਰ ਮਤਲਬ ਇਹਨਾਂ ਦੀ ਜਿਹੜੀ ਇਹ ਜਿਵੇਂ ਆਪਾਂ ਕਹਿੰਦੇ ਹਾਂ ਓਰੀਜਨਲ ਜਿੱਦਾਂ ਆਪਾਂ ਧਰਤੀ 'ਚੋਂ ਕੱਢੀ ਉਹ ਚੀਜ਼ ਲਿਆ ਕੇ ਆਪਾਂ ਪੀਸੀਏ ਤਾਂ ਮੇਰੇ ਖਿਆਲ 'ਚ ਬੈਟਰ ਆ ਫਿਰ। ਜੀ, ਫਿਰ ਤੁਸੀਂ ਆਪਣੇ ਆਪ ਘਰ ਦੇ ਵਿੱਚ ਪੀਸੀਆਂ ਹੋਈਆਂ ਸੀਗੀਆਂ? ਨਹੀਂ, ਇਹ ਮੈਂ ਪੀਸੀਆਂ ਪਸਾਈਆਂ ਲਿਆਂਦੀਆਂ ਕਿਉਂਕਿ ਮੇਰੇ ਕੋਲੇ ਲਿਖਦੀ ਕਰਕੇ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ, ਕਿ ਮੈਨੂੰ ਟਾਈਮ ਦੀ ਪ੍ਰੋਬਲਮ ਹੁੰਦੀ ਆ। ਪਰ ਫਿਰ ਮੈਂ ਸਾਰਿਆਂ ਨੂੰ ਸਲਾਹ ਦਿੰਦੀ ਆ ਕਿ ਤੁਸੀਂ ਇਹ ਲਿਆ ਕੇ ਹੀ ਪੀਸੋ, ਜਾਂ ਕੋਲੇ ਖੜ ਕੇ ਜਿਹੜੇ ਦੁਕਾਨ ਵਾਲੇ ਆ ਉਹ ਵੀ ਪੀਸ ਦਿੰਦੇ ਆ, ਕੋਲੇ ਖੜ ਕੇ ਅਸੀਂ ਪਿਸਵਾ ਸਕਦੇ ਹੈਗੇ ਆ। ਤੇ ਫਿਰ ਉਸ ਤੋਂ ਬਾਅਦ ਬਸ ਇਹ ਹੁਣ ਆਪਾਂ ਇਹਦੇ 'ਚ ਮੇਰੇ ਖਿਆਲ 'ਚ ਆਪਾਂ ਪ੍ਰੈਕਟੀਕਲ ਕਰਕੇ ਦਿਖਾਉਣਾ ਹੈਗਾ। ਹਾਂਜੀ, ਤੇ ਆਪਾਂ ਇਹ ਸਪਰਾਈਟ ਦੀ ਜਿਹੜੀ ਬੋਤਲ ਹੈਗੀ ਆ ਜੀ, ਇਹਦੇ ਵਿੱਚ ਆਪਾਂ ਇਹ 2-2 ਸਪੂਨ ਪਾਉਣੇ ਹੈਗੇ। ਥੋੜਾ ਪਾਉਣਾ ਔਖਾ ਹੁੰਦਾ ਤੇ ਇਹਨਾਂ ਦੇ ਆਪਾਂ 2-2 ਸਪੂਨ ਸਾਰੀਆਂ ਚੀਜ਼ਾਂ ਦੀ ਮਤਲਬ ਇਸ ਬੋਤਲ ਦੇ ਹਿਸਾਬ ਨਾਲ ਆਪਾਂ 2-2 ਸਪੂਨ ਪਾ ਲਵਾਂਗੇ। ਜੇ ਵੱਡੀ ਬੋਤਲ ਆ ਤਾਂ ਖਿਆਲ ਰਹੇ ਕਿ ਉਹ ਆਪਾਂ 4-4 ਸਪੂਨ ਪਾਵਾਂਗੇ। ਪਰ ਥੋੜਾ ਅਰਲੀ ਪਾਉਣਾ ਪੈਂਦਾ ਕਿ ਫਿਰ ਜਿੱਦਾਂ ਹਾਂਜੀ ਗੈਸ ਬਣ ਜਾਂਦੀ ਹੈ। ਹਾਂਜੀ, ਤੇ ਜੇ ਆਪਾਂ ਉਹਨੂੰ ਨਹੀਂ ਕੱਢਦੇ ਗੈਸ ਨੂੰ, ਸੌਰੀ, ਕੋਈ ਗੱਲ ਨਹੀਂ, ਜੇ ਆਪਾਂ ਉਹਨੂੰ ਨਹੀਂ ਕੱਢਦੇ ਤਾਂ ਫਿਰ ਉਹ ਆਪਣੇ ਲਈ ਮਤਲਬ ਬੋਤਲ ਮੇਰੇ ਖਿਆਲ 'ਚ ਆਈ ਥਿੰਕ ਫਟ ਵੀ ਸਕਦੀ ਹੈ ਕਿ ਜਦੋਂ ਉਹਦੇ 'ਚ ਇੰਨੀ ਗੈਸ ਬਣਦੀ ਹੈ। ਉਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਹਾਂਜੀ ਇਹ ਹੁਣ ਆਪਾਂ ਇਹਨੂੰ ਹਿਲਾਉਣਾ ਹੈ। ਹਲਕਾ ਜਿਹਾ, ਬਹੁਤਾ ਜ਼ਿਆਦਾ ਨਹੀਂ, ਮਤਲਬ ਬਸ ਫਿਰ ਜਦੋਂ ਇਹ ਆ ਦੇਖੋ ਹੁਣ ਇਹਦੇ 'ਚ ਜਿੱਦਾਂ ਆਪਾਂ ਮਿਲ ਰਿਹਾ ਸਾਰਾ ਕੁਝ, ਤੇ ਇਹਨੂੰ ਜਿੱਦਾਂ ਆਪਾਂ ਇੱਕਦਮ ਖੋਲ ਦੇਵਾਂਗੇ ਤਾਂ ਸਾਰਾ ਇਦਾਂ ਲਿਕੁਇਡ ਬਾਹਰ ਆ ਜਾਊਗਾ। ਹਾਂਜੀ, ਇੱਥੇ ਥੋੜਾ ਜਿਹਾ ਮਤਲਬ ਜਿਵੇਂ ਕਹਿ ਸਕਦੇ ਹਾਂ ਕਿ ਹਲੀਮੀ ਵਰਤਣੀ ਪੈਂਦੀ ਹੈ ਇੱਥੇ ਆ ਕੇ। ਇਹਨੂੰ ਹਲਕਾ ਜਿਹਾ ਮਤਲਬ ਹਲਕਾ ਹਲਕਾ ਇਹਨੂੰ ਖੋਲ ਕੇ ਫਿਰ ਹਲਕਾ ਹਲਕਾ ਹੀ ਬੰਦ ਕਰਦੇ ਰਹਿਣਾ। ਜੀ, ਜਿੱਦਾਂ ਤੁਹਾਨੂੰ ਆਵਾਜ਼ ਸੁਣ ਰਹੀ ਹੋਗੀ, ਹਲਕੀ ਜਿਹੀ ਗੈਸ ਕੱਢ ਕੇ ਫਿਰ ਬੰਦ ਕਰਨਾ ਹੈ। ਜੇ ਇਹਨੂੰ ਖੋਲ ਦਾਂਗੀ ਤਾਂ ਸਾਰਾ ਲਿਕੁਇਡ ਜਿਹੜਾ ਇਹ ਬਾਹਰ ਨਿਕਲ ਜਾਊਗਾ। ਤੇ ਜਿਹੜੀ ਵੱਡੀ ਬੋਤਲ ਆ ਉਹਦੇ ਤੇ 20-25 ਮਿੰਟ, ਅੱਧਾ ਘੰਟਾ ਵੀ ਲੱਗ ਜਾਂਦਾ ਹੈਗਾ। ਤੇ ਜੇ ਇਹ ਨਹੀਂ ਬਣਦਾ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੀਆਂ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਜਾਂ ਸਪਰਾਈਟ ਸਹੀ ਨਹੀਂ ਹੈਗਾ। ਕਈ ਵਾਰ ਆਪਾਂ ਲੋਕ ਬੋਤਲਾਂ ਭਰਵਾ ਲੈਂਦੇ ਨਾ, ਵੈਸੇ ਆਪਾਂ ਉਹਦੇ 'ਚ ਹੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਠੀਕ ਨਹੀਂ ਹੈ ਮਤਲਬ ਨਹੀਂ। ਤੇ ਇਹਨੂੰ ਕੱਢਣਾ ਵੀ ਪੈਣਾ, ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਨੂੰ ਰੱਖ ਦਿਓ ਆਰਾਮ ਨਾਲ। ਜੇ ਤੁਸੀਂ ਇਹਨੂੰ ਰੱਖ ਦਿਓਗੇ ਤਾਂ ਫਿਰ ਬੋਤਲ ਫਟਣ ਦਾ ਡਰ ਹੈਗਾ ਵਾ। ਜੀ, ਫਿਰ ਜੇਕਰ ਗੱਲ ਕੀਤੀ ਜਾਵੇ, ਤੁਸੀਂ ਜਦੋਂ ਉਸ ਨੂੰ ਤਿਆਰ ਕਰ ਲੈਂਦੇ ਹੋ ਤਾਂ ਆਪਾਂ ਸਪਰਾਈਟ ਦੇ ਵਿੱਚ ਇਹ ਤਿੰਨੇ ਚੀਜ਼ਾਂ ਮਿਕਸ ਕਰ ਲਈਆਂ, ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਇਹਨੂੰ ਪੀਣਾ ਹੁੰਦਾ? ਪੂਰੀ ਬਾਟਲ ਪੀ ਇੱਕ ਵਾਰੀ ਪੀਣੀ ਜਾਂ ਫਿਰ ਹੌਲੀ ਹੌਲੀ ਪੀਣਾ ਪੈਂਦਾ? ਹਾਂਜੀ, ਨਹੀਂ ਮੈਮ, ਇਹ ਆਪਾਂ ਕੀ ਕਰਨਾ ਹੈਗਾ, ਜਦੋਂ ਤਿਆਰ ਹੋ ਗਈ ਹੈ ਇਹਦਾ ਮਤਲਬ ਸਾਈਡ ਇਫੈਕਟ ਵੈਸੇ ਕੋਈ ਨਹੀਂ, ਪਰ ਫਿਰ ਵੀ ਮੈਂ ਵਾਰ-ਵਾਰ ਇਹ ਕਹਿੰਦੀ ਕਿ ਫੈਮਿਲੀ ਡਾਕਟਰ ਦੀ ਸਲਾਹ ਲਏ ਬਿਨਾਂ ਇਹਨੂੰ ਨਾ ਪੀਤਾ ਜਾਵੇ, ਕਿ ਕਿਸੇ ਨੂੰ ਕੋਈ ਉੱਦਾਂ ਦੀ ਪ੍ਰੋਬਲਮ ਹੋ ਸਕਦੀ ਹੈਗੀ ਆ। ਪਰ ਇਹ ਤਿਆਰ ਹੈ, ਜਿੱਦਾਂ ਹੁਣੇ ਆਪਣੇ ਇਹ ਗੈਸ ਨਿਕਲ ਜਾਊਗੀ, ਜਦੋਂ ਇਹਦਾ ਢੱਕਣ ਖੁੱਲ ਗਿਆ ਤਾਂ ਤਿਆਰ ਹੈ। ਤੁਸੀਂ ਚਾਹ ਦੇ ਕੱਪ ਵਾਂਗੂ 2 ਵਾਰ 3 ਵਾਰ ਪੀ ਸਕਦੇ ਹੈਗੇ ਆ। ਜੇ ਤੁਹਾਡੀ ਬੋਡੀ ਸੂਟ ਕਰਦੀ ਤੁਸੀਂ 4 ਵਾਰ ਵੀ ਪੀ ਸਕਦੇ ਆ, 5 ਵਾਰ ਵੀ ਪੀ ਸਕਦੇ ਆ। ਡਿਪੈਂਡ ਕਰਦਾ ਹੁੰਦਾ ਵੀ
ਆਪਾਂ ਕਿੰਨੀ ਮਤਲਬ ਚੱਲ ਸਕਦੇ ਹੈਗੇ ਆ। ਇੱਕ ਦਿਨ ਦੇ ਵਿੱਚ ਯਾਨੀ ਕਿ ਇੱਕ ਇਹ ਬੋਟਲ ਜਿਹੜੀ ਖਤਮ ਕਰਨੀ ਹੈ? ਨਹੀਂ, ਖਤਮ ਨਹੀਂ ਕਰਨੀ, ਮਤਲਬ ਇਹ ਆਪਣਾ ਆਪਾਂ 1 ਜਾਂ 2 ਕੱਪ 3 ਵੀ ਪੀ ਸਕਦੇ ਆ, ਭਾਵੇਂ 4 ਦਿਨਾਂ 'ਚ ਖਤਮ ਹੋ ਜੇ, ਭਲਾ 5 'ਚ, ਭਲਾ 8 ਦਿਨਾਂ 'ਚ ਵੀ ਖਤਮ ਹੋ ਜਾਵੇ, ਨੋ ਪ੍ਰੋਬਲਮ। ਵੀ ਇਹਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਖਤਮ ਕਰਨੀ ਆ। ਪਰ ਜੇ ਤੁਸੀਂ ਜਿਵੇਂ ਮੇਰੇ ਖਿਆਲ 'ਚ 2 ਦਿਨਾਂ ਜਾਂ 3 ਦਿਨ 'ਚ ਵੱਧ ਤੋਂ ਵੱਧ ਇਹ ਬੋਤਲ ਤੁਸੀਂ ਪੀ ਲਓਗੇ ਤਾਂ ਫਿਰ ਉਹਦਾ ਇੱਕ ਸਰਕਲ, ਜਿਵੇਂ ਆਪਾਂ ਕਹਿੰਦੇ ਦਵਾਈ ਵਾਂਗ। ਜੀ। ਤੇ 3 ਕੱਪ ਤਾਂ ਆਈ ਥਿੰਕ ਜ਼ਰੂਰ ਸਭ ਨੂੰ ਡੇਲੀ ਲੈਣੇ ਚਾਹੀਦੇ ਇਹਦੇ। ਤੇ ਪਰ ਇਹ ਜੇ ਤੁਸੀਂ ਇੱਕ ਜਾਂ ਜੇ ਤੁਸੀਂ ਤੁਹਾਨੂੰ ਜ਼ਿਆਦਾ ਤਕਲੀਫ ਆ, ਫਿਰ ਤੁਸੀਂ 3 ਜਾਂ 4 ਬੋਤਲਾਂ ਛੋਟੀਆਂ, ਜਾਂ 2 ਜਾਂ 3 ਜਾਂ 4 ਪੀ ਕੇ ਬਸ ਬੰਦ ਕਰ ਦਿਓ। ਫਿਰ ਜ਼ਰੂਰਤ ਨਹੀਂ ਆ ਪੀਣ ਦੀ ਤੁਹਾਨੂੰ। ਜੇ ਕਦੇ ਤੁਹਾਨੂੰ ਲਾਈਫ 'ਚ ਫਿਰ ਲੱਗੇ ਤਾਂ ਪੀ ਲਓ, ਨਹੀਂ ਤਾਂ ਨਹੀਂ। ਵੈਸੇ ਜੇਕਰ ਗੱਲ ਕੀਤੀ ਜਾਵੇ ਹੁਣ ਜਿੱਦਾਂ ਤੁਹਾਨੂੰ ਜਿਹੜੀ ਪ੍ਰੋਬਲਮ ਸੀ, ਗਠੀਆ ਦੀ ਪ੍ਰੋਬਲਮ ਸੀਗੀ, ਤੁਸੀਂ ਇਸ ਨੂੰ ਪੀਤਾ, ਤੇ ਫਿਰ ਜੇਕਰ ਗੱਲ ਕੀਤੀ ਜਾਵੇ ਕਿੰਨੀ ਕੁ ਦੇਰ ਤੱਕ ਤੁਹਾਡੀ ਉਹ ਪ੍ਰੋਬਲਮ ਸਹੀ ਹੋ ਗਈ ਸੀਗੀ? ਦੂਸਰੇ ਦਿਨ ਹੀ ਫਰਕ ਪੈ ਗਿਆ ਸੀਗਾ। ਮੈਂ ਜਿੱਦਾਂ ਇਹ ਬੋਤਲ ਉਹਨਾਂ ਨੇ ਬਣਾਈ ਸੀਗੀ ਤੇ ਮੈਨੂੰ ਲੱਗਦਾ ਮੈਂ 3 ਕੱਪ ਪੀ ਲਏ ਸੀ ਇੱਕ ਦਿਨ 'ਚ। ਜਿਵੇਂ ਆਪਾਂ ਚਾਹ ਜਾਂ ਕੌਫੀ ਪੀਂਦੇ ਆ ਉੱਦਾਂ ਹੀ ਪੀਣ 'ਚ ਇਹ ਬਹੁਤ ਬੇਸਵਾਦ ਆ। ਤੇ ਪਰ ਫਿਰ ਜਿੱਦਾਂ ਆਪਾਂ ਦਵਾਈ ਸਮਝ ਕੇ ਪੀਣੀ ਆ ਤਾਂ ਪੀਤੀ, ਤਾਂ ਫਿਰ ਮੈਂ ਦੂਸਰੇ ਦਿਨ ਹੀ ਮੈਨੂੰ ਫਰਕ ਪੈ ਗਿਆ ਸੀਗਾ। ਸੋ ਦੂਸਰੇ ਦਿਨ ਫਰਕ ਪੈ ਗਿਆ, ਫਿਰ ਉਸ ਤੋਂ ਬਾਅਦ ਟੈਸਟ ਕਰਵਾਇਆ ਸੀ ਬਾਹਰਲੇ ਹਸਪੀਟਲ ਤੋਂ, ਡਾਕਟਰ ਕੋਲ ਜਾ ਕੇ, ਕਿ ਇੱਕ ਵਾਰ ਜਿਹੜੀ ਪ੍ਰੋਬਲਮ ਹੈ ਚੈੱਕ ਕਰਵਾਈ ਜਾਵੇ? ਜਾਂ ਮੈਨੂੰ ਨਹੀਂ, ਫਿਰ ਮੈਂ ਡਾਕਟਰਾਂ ਦੇ ਚੱਕਰਾਂ 'ਚ ਪਈ ਹੋਈ ਨਹੀਂ। ਮੈਨੂੰ ਲੱਗਾ ਕਿ ਜੇ ਡਾਕਟਰ ਮੈਨੂੰ ਸਾਲ 'ਚ ਨਹੀਂ ਠੀਕ ਕਰ ਸਕੇ ਤਾਂ ਹੁਣ ਵੀ ਨਹੀਂ ਕਰ ਸਕਣੀ। ਫਿਰ ਨਾਲ ਨਾਲ ਮੈਂ ਸਿਮਰਨ ਕਰਨਾ ਸ਼ੁਰੂ ਕੀਤਾ ਕਿ ਜਿੱਦਾਂ ਮੈਂ ਸੋਚਦੀ ਹਾਂ ਵੀ ਕੋਈ ਰਾਮ ਨੂੰ ਮੰਨਦਾ, ਕੋਈ ਵਾਹਿਗੁਰੂ ਨੂੰ, ਤਾਂ ਉਹ ਇੱਕ ਰੈਪੀਟੇਸ਼ਨ ਆ, ਜਿੱਦਾਂ ਆਪਾਂ ਉਹ ਵੀ ਨਾਲ ਨਾਲ ਜ਼ਰੂਰ ਤੁਸੀਂ ਜਾਰੀ ਰੱਖੋ। ਜੀ ਤੁਹਾਡਾ ਮਨ ਟਿਕ ਜਾਂਦਾ ਤੇ ਜਿਹੜੇ ਤਨ ਦੀਆਂ ਬਿਮਾਰੀਆਂ ਵੀ ਫਿਰ ਆਟੋਮੈਟਿਕਲੀ ਦੂਰ ਹੁੰਦੀਆਂ। ਤੇ ਫਿਰ ਦਵਾ ਵੀ ਕਈ ਵਾਰ ਅਸਰ ਤਾਂ ਕਰਨਾ ਚਾਹੁੰਦੀ ਹੁੰਦੀ ਹੈ, ਪਰ ਸਾਡੇ ਲਈ ਕੋਈ ਦੁਆ ਵੀ ਜ਼ਰੂਰੀ ਹੁੰਦੀ ਆ। ਤਾਂ ਜਦੋਂ ਫਿਰ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਫਿਰ ਨਾਲ ਨਾਲ ਸਾਡੇ ਲਈ ਦੁਆ ਵੀ ਜਿੱਦਾਂ ਕਬੂਲ ਹੋ ਜਾਂਦੀ ਤੇ ਦਵਾ ਵੀ ਅਸਰ ਕਰਦੀ। ਬਿਲਕੁਲ ਜੀ, ਬਿਲਕੁਲ। ਸੋ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਨਾਲਦਿਆਂ ਨੂੰ, ਜਿੱਦਾਂ ਤੁਹਾਡੇ ਰਿਸ਼ਤੇਦਾਰਾਂ ਨੂੰ, ਜਾਂ ਤੁਹਾਡੇ ਫਰੈਂਡ ਸਰਕਲ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਤੁਸੀਂ ਇਹ ਜਿਹੜੀ ਦਵਾਈ ਹੈ ਤਿਆਰ ਕੀਤੀ ਆ, ਹੈ ਨਾ, ਐਂਡ ਫਿਰ ਉਹਨਾਂ ਨੇ ਤੁਹਾਡੇ ਤੋਂ ਵੀ ਲੈ ਕੇ ਗਏ ਹੋਣੇ ਹੋ? ਹਾਂਜੀ ਬਿਲਕੁਲ। ਮੈਂ ਜਿੱਦਾਂ ਤੇ ਮੈਨੂੰ ਭਰੋਸਾ ਸੀਗਾ ਕਿ ਮਤਲਬ ਜਿਵੇਂ ਗੁਰਦਾਸ ਮਾਨ ਦੀ ਗੱਲ ਚੱਲੀ ਆ ਤਾਂ ਫਿਰ ਕਹਿੰਦੇ ਵੀ ਜ਼ਹਿਰ ਵੀ ਦੇ ਦੇ, ਜ਼ਹਿਰ ਤਾਂ ਪੀ ਲੈ ਚੁੱਪ ਕਰਕੇ, ਜੇ ਕੀਤਾ ਇਤਬਾਰ ਤੇ ਜੀ ਲੈ ਚੁੱਪ ਕਰਕੇ। ਫਿਰ ਜਿਨ੍ਹਾਂ ਲੋਕਾਂ ਨੂੰ ਮੇਰੇ ਤੇ ਸੀਗਾ ਤੇ ਮੈਨੂੰ ਵੀ ਸੀਗਾ ਕਿ ਮੇਰੇ ਮਤਲਬ ਜੇ ਇਦਾਂ ਦੀ ਕੋਈ ਗੱਲ ਨਹੀਂ ਆ, ਤੇ ਫਿਰ ਉਹਨਾਂ ਲੋਕਾਂ ਨੇ ਯੂਜ਼ ਕੀਤੀ ਤਾਂ ਉਹ ਠੀਕ ਹੋਏ ਆ। ਜੀ। ਤੇ ਫਿਰ ਜੇਕਰ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਫਿਰ ਜਿੱਦਾਂ ਹੁਣ ਤੁਸੀਂ ਫੇਸਬੁੱਕ ਤੇ ਲਾਈਵ ਹੋਏ ਸੀ, ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਹੋਏ ਸੀ, ਹੈ ਨਾ, ਸੋ ਉਹਨਾਂ ਦੇ ਲੋਕਾਂ ਦੇ ਵਿੱਚੋਂ ਤੁਹਾਨੂੰ ਫੋਨ ਕਾਲ ਤਾਂ ਆਏ ਹੋਣੇ ਆ ਕਿ ਮੈਮ ਸਾਨੂੰ ਦੱਸੋ ਅਸੀਂ ਕਿੱਦਾਂ ਬਣਾਉਣਾ, ਇਹ ਚੀਜ਼ਾਂ ਕਿੱਥੋਂ ਮਿਲਣੀਆਂ? ਕਈ ਵਾਰ ਅਸ਼ਵਗੰਧਾ ਈਜ਼ੀਲੀ ਮਿਲ ਜਾਂਦਾ ਹੈ ਕਿ ਔਖਾ ਮਿਲਦਾ ਹੈ? ਇਸ ਤਿੰਨੇ ਚੀਜ਼ਾਂ ਈਜ਼ੀਲੀ ਮਿਲ ਜਾਂਦੀਆਂ ਔਰ ਸਾਡੀ ਕਿਚਨ 'ਚ ਇਹ ਵਰਤੀਆਂ ਜਾਂਦੀਆਂ। ਤੇ ਕਿਚਨ 'ਚ ਵੀ ਜਿੱਦਾਂ ਉਵੇਂ ਵੀ ਦਵਾਈਆਂ 'ਚ ਵੀ ਪੁਰਾਣੇ ਲੋਕ ਜਿੱਦਾਂ ਆਪਾਂ ਪੰਜੀਰੀ ਵਗੈਰਾ ਬਣਾਉਂਦੇ ਸੀ, ਉਹਨਾਂ 'ਚ ਸਾਰੀਆਂ ਚੀਜ਼ਾਂ ਪੈਂਦੀਆਂ। ਬਾਹਰੋਂ ਕਾਫੀ ਫੋਨ ਆਏ ਜਿਨ੍ਹਾਂ ਨੂੰ ਅੰਬਾ ਹਲਦੀ ਬਾਰੇ ਨਹੀਂ ਪਤਾ ਸੀਗਾ। ਸਾਡੀ ਜਿਵੇਂ ਲੇਟੈਸਟ ਜਨਰੇਸ਼ਨ ਕਹਿ ਲਈਏ ਕਿ ਉਹਨਾਂ ਕੁੜੀਆਂ ਨੂੰ ਜਾਂ, ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਜ਼ਿਆਦਾ ਲੇਡੀਜ਼ ਦੇ ਫੋਨ ਆਏ, ਜਦੋਂ ਕਿ ਲੇਡੀਜ਼ ਜੇ ਆਪਾਂ ਉਵੇਂ ਬਹੁਤ ਘੱਟ ਕਾਲ ਕਰਦੀਆਂ ਆਪਾਂ ਦੇਖਦੇ ਹਾਂ ਕਿ, ਤਾਂ ਉਹਨਾਂ ਨੇ ਅੰਬਾ ਹਲਦੀ ਬਾਰੇ ਜ਼ਿਆਦਾ ਪੁੱਛਿਆ ਕਿ ਅੰਬਾ ਹਲਦੀ ਕੀ ਚੀਜ਼ ਆ। ਪਰ ਇਹ ਮੈਂ ਇੱਥੇ ਵੀ ਤੁਹਾਨੂੰ ਦੱਸ ਦਿੰਦੀ, ਅੰਬਾ ਹਲਦੀ ਸਿਰਫ ਦੂਸਰੀ ਹਲਦੀ ਦੀ ਨਸਲ ਹੈ ਇੱਕ। ਜਿਵੇਂ ਆਪਾਂ ਜੇ ਕਹਿ ਦਈਏ ਜਿਵੇਂ ਬੇਰਾਂ ਦੀ ਨਸਲ ਜਾਂ ਕੋਈ ਵੀ ਆਪਾਂ ਕਹਿੰਦੇ ਇਹ ਦੇਸੀ ਆ, ਇਹ ਦੂਸਰੀ ਆ, ਤੇ ਇਹ ਬਸ ਇਹ ਅੰਬਾ ਹਲਦੀ ਜਿਹੜੀ ਇੱਕ ਨਾ ਨਸਲ ਹੈਗੀ ਆ। ਮਤਲਬ ਆਪਣੀ ਕਿਚਨ 'ਚ ਵੀ ਅਸੀਂ ਤਾਂ, ਮੇਰੇ ਨੰਦ ਤਕਰੀਬਨ ਅੰਬਾ ਹਲਦੀ ਕਿਚਨ 'ਚ ਯੂਜ਼ ਕਰਦੇ ਸੀਗੇ, ਮਤਲਬ ਜ਼ਿਆਦਾ। ਜੀ ਜੀ। ਸੋ ਬਿਲਕੁਲ ਜੀ, ਫਿਰ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਤੁਸੀਂ ਆਪਣੀ ਜਿਹੜੀ ਹੈ ਬਿਮਾਰੀ ਹੈ ਉਹ ਦੂਰ ਕਰ ਸਕਦੇ ਹੋ। ਫਿਰ ਮੈਮ ਨੇ ਦੱਸਿਆ ਕਿ ਸਿਰਫ 2 ਕੁ ਦਿਨ ਦਾ ਸਮਾਂ ਲੱਗਦਾ ਹੈ ਕਿ ਜੇਕਰ ਅਸੀਂ ਇਹਨੂੰ ਆਪਣੇ ਕਿ ਅੰਦਰੋਂ ਇੱਕ ਇਹ ਸੋਚ ਕੇ ਪੀਣਾ ਕਿ ਬਿਲਕੁਲ ਠੀਕ ਹੋਣਾ ਸੀ, ਤਾਂ ਫਿਰ ਬਿਲਕੁਲ 2 ਕੁ ਦਿਨਾਂ ਤੱਕ ਜਿਹੜੀ ਹੈ ਸਾਡੀ ਬਿਮਾਰੀ ਦੂਰ ਹੋ ਜਾਂਦੀ ਹੈ। ਸੋ ਹੁਣ ਅਸੀਂ ਇਸ ਘਰੇਲੂ ਵੈਦ ਕਹਿ ਸਕਦੇ ਹਾਂ ਤੁਹਾਨੂੰ, ਹੈ ਨਾ, ਕਿ ਤੁਸੀਂ ਘਰੇਲੂ ਡਾਕਟਰ ਹੋ? ਜਾਂ ਮੈਂ ਜ਼ਿਆਦਾ ਤਾਂ ਨਹੀਂ, ਪਰ ਮੈਨੂੰ ਲੱਗਦਾ ਜਿਹੜੀ ਚੀਜ਼ਾਂ ਮੈਂ ਯੂਜ਼ ਕੀਤੀਆਂ, ਜਿਵੇਂ ਮੈਂ ਇੱਥੇ ਕਈ ਵਾਰ ਮੈਂ ਸੋਚਦੀ ਹੁੰਦੀ ਹਾਂ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਬਾਰੇ ਮੈਂ ਮਤਲਬ ਮੇਰਾ ਦਿਲ ਤਾਂ ਕਰਦਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਦੱਸੀਏ, ਪਰ ਉਹਦੇ 'ਚ ਅਸੀਂ ਕਈ ਵਾਰ ਇੱਦਾਂ ਸੋਚਦੇ ਹਾਂ ਕਿ ਲੋਕ ਕੀ ਕਹਿਣਗੇ, ਹੈ ਨਾ। ਕਿ ਆਪਾਂ ਹੁਣ ਤੁਸੀਂ ਦੇਖੋ ਅੱਗੇ ਪੁਰਾਣੀਆਂ ਔਰਤਾਂ ਜਿਹੜੀਆਂ ਸਾਡੀ ਪਹਿਲਾਂ ਮਦਰ ਜਾਂ ਸਾਡੀ ਨਾਨੀ ਜਾਂ ਦਾਦੀ ਉਸ ਟਾਈਮ ਦੀਆਂ ਕਹਿ ਲਈਏ ਤਾਂ ਬਾਬਿਆਂ ਕੋਲ ਜਾਂਦੇ ਸੀ। ਪਹਿਲਾਂ ਉਹ ਬਾਬੇ ਮਤਲਬ ਗੁਰਦੁਆਰੇ 'ਚ ਬੈਠੇ ਹੁੰਦੇ ਸੀ ਜਾਂ ਡੇਰੇ 'ਚ ਬੈਠੇ ਹੁੰਦੇ ਸੀ। ਉਹ ਕੀ ਕਰਦੇ ਸੀ, ਲੈਚੀਆਂ ਕਰਕੇ ਤੁਹਾਨੂੰ ਦੇ ਦਿੰਦੇ ਸੀਗੇ, ਹੈ ਨਾ। ਤੇ ਮੈਂ ਜੇ ਸੋਚਦੀ ਹਾਂ ਕਿ ਜੇ ਮੈਂ ਕਹਾਂ ਵੀ ਮੈਂ ਤੁਹਾਨੂੰ ਲੈਚੀਆਂ ਕਰਕੇ ਦੇ ਦਿੰਦੀ ਹਾਂ, ਤੇ ਮੈਨੂੰ ਪਤਾ ਕਿ 89% ਜਾਂ 99% ਲੋਕ ਠੀਕ ਹੋ ਜਾਣਗੇ। ਹੁਣ ਤੁਸੀਂ ਪੁੱਛੋਗੇ ਕਿ ਤੁਸੀਂ ਉੱਤੇ ਕੀ ਜਾਦੂ ਕਰੋਗੇ, ਮੈਂ ਕੋਈ ਜਾਦੂ ਨਹੀਂ ਕਰਨਾ ਉਹਨਾਂ 'ਤੇ। ਉਹ ਤਾਂ ਲੈਚੀ ਆ, ਜੇ ਤੁਸੀਂ ਡੇਲੀ ਲੈਚੀ ਖਾਓ ਜਾਂ ਤੀਸਰੇ ਦਿਨ ਲੈਚੀ ਖਾਓ, ਤੁਹਾਡੀਆਂ ਮਤਲਬ ਬਿਮਾਰੀਆਂ ਰਹਿਣਗੀਆਂ ਨਹੀਂ ਤੁਹਾਡੀ ਬੋਡੀ 'ਚ, ਕਿਉਂਕਿ ਉਹ ਸਾਡੇ ਅੰਦਰ ਸਾਡੇ ਸਾਰੀਆਂ ਬਿਮਾਰੀਆਂ ਵਾਈਦੀਆਂ ਹੈ।
ਤਾਂ ਜਿੱਦਾਂ ਅੱਜ ਕੱਲ੍ਹ ਇਦਾਂ ਦੀ ਖੁਰਾਕ ਸਾਡੀ ਵਾਈ ਦੀਆਂ ਬਿਮਾਰੀਆਂ ਜਾਂ ਸਾਡੀ ਬੋਡੀ 'ਚ ਕੁਝ ਐਕਸਟਰਾ ਚਲਾ ਜਾਂਦਾ ਤੇ ਜਦੋਂ ਅਸੀਂ ਇਲਾਇਚੀ ਖਾਵਾਂਗੇ ਉਹਦੇ ਨਾਲ ਤੁਹਾਨੂੰ ਪਤਾ ਹੈ ਕਿ ਆਪਾਂ ਜਿੱਦਾਂ ਦਾਤਨ ਕਰਦੇ ਹਾਂ ਉਹ ਚੀਜ਼ ਬਣ ਜਾਂਦੀ ਹੈ ਤੇ ਸਾਰਾ ਜਿੱਦਾਂ ਸਾਡਾ ਬਾਹਰ ਨਿਕਲ ਜਾਊਗਾ ਉਹ ਲਿਕੁਇਡ ਰਾਹੀਂ ਤੇ ਅਸੀਂ ਠੀਕ ਹੋ ਜਾਾਂਗੇ ਤੇ ਇਹ ਉਹ ਜਿਹੜੇ ਬਾਬਾ ਜੀ ਦੀ ਜੋ ਬੱਲੇ ਬੱਲੇ ਫਿਰ ਹੋ ਹੀ ਜਾਣੀ ਹੁੰਦੀ ਹੈ ਨਾ। ਬਿਲਕੁਲ ਜੀ, ਇੱਕ ਸੱਚ, ਇਹ ਕੜਵਾ ਸੱਚ ਹੈ। ਵੈਸੇ ਜੇਕਰ ਗੱਲ ਕੀਤੀ ਜਾਵੇ ਨਾ, ਆਮ ਤੌਰ ਤੇ ਜਿਹੜਾ ਸਾਡਾ ਪੰਜਾਬ ਹੀ ਨਹੀਂ ਪੂਰੇ ਦੇਸ਼ ਦੁਨੀਆ ਦੀ ਗੱਲ ਕਰ ਲਈਏ ਤਾਂ ਬੜੇ ਵਹਿਮ ਭਰਮਾਂ 'ਚ ਦੁਨੀਆ ਪਈ ਹੋਈ ਹੈ। ਸੋ ਜੇਕਰ ਆਮ ਤੌਰ ਦੇਖਦੇ ਕਿ ਇੱਥੇ ਕੈਂਸਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ, ਇੱਥੇ ਵੱਡੀਆਂ ਸ਼ੂਗਰ ਦੀਆਂ ਬਿਮਾਰੀਆਂ ਦੂਰ ਹੁੰਦੀਆਂ, ਇੱਥੇ ਆਹ ਦੂਰ ਹੋ ਜਾਂਦਾ, ਬੜੇ ਵਹਿਮਾਂ ਭਰਮਾਂ 'ਚ ਜਿਹੜੀ ਸਾਡੀ ਅੱਜ ਦੀ ਦੁਨੀਆ, ਅੱਜ ਦੇ ਲੋਕ, ਖਾਸ ਕਰਕੇ ਮੈਂ ਗੱਲ ਕਰਾਂ ਤਾਂ ਬੀਬੀਆਂ ਸਭ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਇਸ ਵਹਿਮਾਂ ਭਰਮਾਂ 'ਚ ਫਸ ਜਾਂਦੀਆਂ ਨੇ, ਕਿਉਂਕਿ ਦੇਖਣ ਨੂੰ ਆਵੇ ਤਾਂ ਆਮ ਤੌਰ ਤੇ ਹਰ ਇੱਕ ਘਰ 'ਚ ਕੋਈ ਨਾ ਕੋਈ ਤਾਂ ਪਰੇਸ਼ਾਨੀ ਹੁੰਦੀ ਹੈ, ਜ਼ਰੂਰ ਹੁੰਦੀ ਹੈ। ਪਰ ਜੇਕਰ ਇੱਕ ਜਣੇ ਦੀ ਪਰੇਸ਼ਾਨੀ ਦੂਰ ਹੋਈ ਤਾਂ ਉਹ ਇਹ ਗੱਲ ਕਹਿ ਦਿੰਦਾ ਹੈ ਕਿ ਹਾਂਜੀ ਫਲਾਣੇ ਬਾਬੇ ਤੇ ਗਏ ਸੀ, ਉੱਥੇ ਆਹ ਠੀਕ ਹੋ ਗਿਆ। ਫਿਰ ਉਹ ਭੇਡ ਚਾਲ ਬਣੀ ਜਾਂਦੀ, ਫਿਰ ਉਹ ਭੇਡ ਚਾਲ ਤੋਂ ਗਾਂ ਜਿੱਦਾਂ ਤੁਸੀਂ ਕਿਹਾ ਕਿ ਉਸ ਬਾਬੇ ਦੀ ਬੱਲੇ ਬੱਲੇ ਹੋ ਜਾਂਦੀ, ਤੇ ਇਦਾਂ ਹੀ ਹੁੰਦਾ ਆਮ ਤੌਰ ਤੇ। ਬਿਲਕੁਲ ਜੀ, ਇਹਦੇ ਵਿੱਚ ਵੈਸੇ ਮੈਂ ਇਹ ਕਹਿਣਾ ਚਾਹੂੰਗੀ, ਇਹ ਥੋੜਾ ਜਿਹਾ ਟੌਪਿਕ ਮੈਂ ਕਹਿੰਦੀ ਹਾਂ ਕਿ ਥੋੜਾ ਸੀਰੀਅਸ ਵੀ ਹੈਗਾ ਜਿਹੜਾ ਤੁਸੀਂ ਪੁਆਇੰਟ ਲਿਆ, ਤੇ ਮੈਂ ਇਹਦੇ ਬਾਰੇ ਬਹੁਤ ਸੋਚਦੀ ਹੁੰਦੀ ਜਦੋਂ ਕਰਫਿਊ ਆਪਣੇ ਲੋਕਡਾਊਨ ਲੱਗਾ ਸੀ, ਕਰਫਿਊ ਲੱਗਾ ਸੀ ਤੇ ਬਹੁਤ ਸਾਰੇ ਆਪਣੇ ਫੇਸਬੁੱਕ ਦੋਸਤਾਂ ਦੇ ਵੀ ਆਪਾਂ ਦੇਖਦੇ ਰਹੇ ਹਾਂ ਵੀ ਹੁਣ ਬਾਬਿਆਂ ਦਾ ਕੀ ਬਣਦਾ ਹੋਊਗਾ ਜਾਂ ਬੀਬੀਆਂ ਦਾ ਕੀ ਬਣਦਾ ਹੋਊਗਾ। ਐਕਚੁਅਲੀ ਜੇ ਇਸ ਚੀਜ਼ ਨੂੰ ਆਪਾਂ ਡੂੰਘੇ 'ਚ ਲਈਏ ਤਾਂ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਸਾਡੇ ਸਮਾਜ ਦੀ। ਹੁਣ ਤੁਸੀਂ ਪੁੱਛੋਗੇ ਤਰਾਸਦੀ ਕਿੱਦਾਂ? ਤਰਾਸਦੀ ਇੱਦਾਂ ਹੈ ਕਿ ਸਾਡੀਆਂ ਜਿਹੜੀਆਂ ਜਵਾਨੀਆਂ ਖੂਹ 'ਚ ਪੈ ਚੁੱਕੀਆਂ। ਹੁਣ ਤੁਸੀਂ ਦੇਖੋ ਕਿ ਹਰ ਜਿੱਦਾਂ ਆਪਾਂ ਕਹਿੰਦੇ ਆਪਣੇ ਸਰੀਰ ਦੀ ਵੀ ਜੇ ਆਪਾਂ ਨੂੰ ਖੁਰਾਕ ਦੀ ਲੋੜ ਆ ਤਾਂ ਆਪਾਂ ਨੂੰ ਮਤਲਬ ਹਰ ਚੀਜ਼ ਦੀ ਲੋੜ ਆ। ਸਮਾਜ 'ਚ ਰਹਿੰਦੇ ਆ ਆਪਾਂ, ਇਸ ਸਮਾਜ 'ਚ ਰਹਿੰਦੇ ਆ, ਇਹਦੇ 'ਚ ਆਪਾਂ ਨੂੰ ਔਰਤਾਂ ਨੂੰ ਵੀ ਜੇ ਗੁਰੂ ਸਾਹਿਬ ਨੇ ਆਪਾਂ ਨੂੰ ਜੇ ਵਿਆਹ ਦਾ ਕਿਹਾ ਕਿ ਵਿਆਹ ਮਤਲਬ ਇੱਕ ਸਾਦੇ ਵਿਆਹ, ਹਾਂਜੀ, ਜੇ ਵਿਆਹ ਬਾਰੇ ਗੁਰੂ ਸਾਹਿਬ ਨੇ ਕਿਹਾ ਤਾਂ ਉਹ ਤਾਂ ਹੀ ਕਿਹਾ ਕਿ ਉਹਨਾਂ ਨੂੰ ਲੱਗਦਾ ਹੋਊਗਾ ਕਿ ਵਿਆਹ ਵੀ ਇੱਕ ਆਪਣੇ ਸਰੀਰ ਦੀ ਲੋੜ ਆ। ਤਾਂ ਫਿਰ ਜਦੋਂ ਅਸੀਂ ਆਪਣੀ ਜਿੱਦਾਂ ਜਵਾਨੀਆਂ ਨਸ਼ਿਆਂ ਕਰਕੇ ਖੂਹ 'ਚ ਪੈ ਗਈਆਂ ਤਾਂ ਔਰਤਾਂ ਜਿਹੜੀਆਂ ਆਦਮੀ ਆ ਉਹ ਸਾਰੇ ਭਟਕ ਰਹੇ ਹੈਗੇ ਆ। ਤੇ ਜੇ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਡੇਰਿਆਂ 'ਤੇ ਤੁਸੀਂ ਸਮਝਦੇ ਹੀ ਹੋ ਕਿ ਹੈ ਨਾ, ਤਾਂ ਫਿਰ ਉਹ ਆਪੇ ਹੀ ਔਰਤਾਂ ਉੱਥੇ ਜਾਣਗੀਆਂ। ਇਹਦਾ ਕਸੂਰ ਮੈਂ ਸਮਝਦੀ ਕਿ ਔਰਤਾਂ ਦਾ ਕਸੂਰ ਨਹੀਂ ਹੈ ਜੇ ਉਹ ਡੇਰੇ 'ਤੇ ਜਾਂਦੀਆਂ ਤਾਂ ਉਹਨਾਂ ਨੂੰ ਮਤਲਬ ਜਿੱਦਾਂ ਦੇ ਮਾਹੌਲ ਘਰ 'ਚ ਜਾਂ ਜਿਵੇਂ ਸਿਮਥੀ ਵਾਲਾ ਜਾਂ ਕੋਈ ਦੁੱਖ ਸੁੱਖ ਵਾਲਾ ਉਹ ਮਿਲ ਨਹੀਂ ਰਿਹਾ, ਤਾਂ ਉਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਤਾਂ ਆਪਣਾ ਦੁੱਖ ਹੌਲਾ ਕਰਨਾ। ਜੇ ਕੋਈ ਬਾਹਰ ਉਹਨਾਂ ਦੀ ਕੋਈ ਗੱਲ ਸੁਣਨ ਵਾਲਾ ਵੀ ਹਾਂਜੀ ਬੀਬੀ ਬੈਠੋ ਚਾਹ ਪਾਣੀ ਪੀਓ। ਹੁਣ ਕਈ ਵਾਰ ਆਪਾਂ ਦੇਖਦੇ ਘਰ 'ਚ ਕੋਈ ਚਾਹ ਦਾ ਕੱਪ ਪੀਣ ਵਾਲਾ ਵੀ ਉਹਨਾਂ ਦੇ ਨਾਲ ਨਹੀਂ ਹੁੰਦਾ, ਤਾਂ ਉੱਥੇ ਪ੍ਰੋਬਲਮ ਆਉਂਦੀ ਆ ਕਿ ਇਹ ਤਰਾਸਦੀ ਆ ਸਾਡੇ ਸਮਾਜ ਦੀ। ਇਹਨੂੰ ਮੇਰੇ ਖਿਆਲ 'ਚ ਇਹਨੂੰ ਦੂਰ ਕਰਨਾ ਚਾਹੀਦਾ ਸਾਨੂੰ ਸਭ ਨੂੰ ਰਲ ਕੇ, ਕਿ ਨੌਜਵਾਨਾਂ ਨੂੰ ਵੀ ਆਪਣੇ ਆਪ ਨੂੰ ਇਸ ਤਰੀਕੇ ਨਾਲ ਸੰਭਾਲਣਾ ਚਾਹੀਦਾ ਕਿ ਔਰਤਾਂ ਜੇ ਡੇਰਿਆਂ 'ਤੇ ਜਾਂਦੀਆਂ ਤਾਂ ਉਹਦੇ ਪਿੱਛੇ ਦਾ ਕਾਰਨ ਲੱਭਣਾ ਚਾਹੀਦਾ ਸਾਨੂੰ। ਜੇਕਰ ਗੱਲ ਕੀਤੀ ਜਾਵੇ, ਅਸੀਂ ਦੇਖ ਰਹੇ ਹਾਂ ਕਿ ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਆਈਆਂ ਹੋਈਆਂ ਵਾ, ਹੈ ਨਾ, ਅਲੱਗ-ਅਲੱਗ ਵਿਸ਼ਿਆਂ 'ਤੇ ਤੁਸੀਂ ਅਲੱਗ-ਅਲੱਗ ਆਪਣੀ ਕਲਮ ਦੇ ਰਾਹੀਂ ਸ਼ਬਦਾਵਲੀ ਬਿਆਨ ਕੀਤੀ ਹੋਈ ਹੈ, ਜਿੱਦਾਂ ਨਾਦ ਗੁਰੂ ਨਾਨਕ ਦਾ ਧਰਮ ਯੁੱਧ, ਇਸ ਦੇ ਨਾਲ ਬਹੁਤ ਸਾਰੇ ਮੋੜੇ ਮੁਹਾਰਵੇ, ਇਸ ਦੇ ਨਾਲ ਬਹੁਤ ਸਾਰੀਆਂ ਹੋਰ ਕਿਤਾਬਾਂ ਵੀ ਆਈਆਂ। ਫਿਰ ਹੁਣ ਤੁਹਾਡੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਗੱਲ ਕਰਦੇ ਹੀ ਚੱਲਦੇ ਹਾਂ। ਸੋ ਇਹ ਕਿਤਾਬਾਂ ਵਾਲਾ ਸ਼ੌਂਕ, ਲੇਖਣੀ ਦਾ ਸ਼ੌਂਕ ਕਦੋਂ ਪੈ ਗਿਆ ਸੀ ਤੁਹਾਨੂੰ? ਹਾਂਜੀ, ਇਹ ਨਾ ਮੈਂ ਬਹੁਤ ਦੇਰ ਤੋਂ ਲਿਖਦੀ ਸੀ ਪਰ ਕਦੇ ਮੈਂ ਇਹਦੇ ਬਾਰੇ ਸੋਚਿਆ ਨਹੀਂ ਸੀ ਕਿ ਇਹਦੇ ਬਾਰੇ ਮਤਲਬ ਪਬਲਿਕ 'ਚ ਇਹ ਚੀਜ਼ਾਂ ਆਉਣ। ਤਾਂ ਆਪਣੇ ਬਹਾਦਰ ਡਾਲਵੀ ਜੀ ਇੱਕ ਵਾਰ ਸਾਨੂੰ ਕਿਸੇ ਪ੍ਰੋਗਰਾਮ 'ਚ ਮਿਲੇ ਤਾਂ ਉਹਨਾਂ ਨੇ ਗੱਲ ਕੀਤੀ ਕਿ ਬੀਬਾ ਤੁਸੀਂ ਇੰਨਾ ਸੋਹਣੀ ਪੋਇਟਰੀ, ਤੁਹਾਡੀ ਗੱਲਬਾਤ ਕਰਦੇ ਹੋ ਅਤੇ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਰਹਿੰਦੇ, ਤੁਸੀਂ ਕੁਛ ਲਿਖੋ ਵੀ, ਹੈ ਨਾ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਲਿਖਦੀ ਤਾਂ ਹੈ, ਅਤੇ ਫਿਰ ਕਹਿੰਦੇ ਫਿਰ ਤੁਸੀਂ ਦੇਰ ਕਾਹਤੋਂ ਕਰਦੇ ਹੋ। ਅਤੇ ਫਿਰ ਮੈਂ ਮਤਲਬ ਮੈਂ ਇਸ ਚੀਜ਼ 'ਚ ਨਹੀਂ ਆਉਣਾ ਚਾਹੁੰਦੀ ਸੀ ਕੁਦਰਤੀ, ਕਿ ਮੈਂ ਜਿਵੇਂ ਇੱਕ ਔਰਤ ਨੂੰ ਹੁੰਦਾ ਕਿ ਘਰ ਸੰਭਾਲੋ ਬਸ, ਹੈ ਨਾ। ਤਾਂ ਫਿਰ ਕਾਫੀ ਦੇਰ ਬਾਅਦ ਅਚਾਨਕ ਇੱਕ ਦਿਨ ਫਿਰ ਡਾਲਵੀ ਸਾਹਿਬ ਦਾ ਮੈਨੂੰ ਕਾਰਡ ਵੀ ਮਿਲਿਆ, ਹੱਥ ਲੱਗਾ, ਅਤੇ ਕੁਦਰਤੀ ਫਿਰ ਸਾਡੀ ਮੁਲਾਕਾਤ ਹੋਈ। ਕਹਿੰਦੇ ਕਿ ਤੁਸੀਂ ਇੱਦਾਂ ਬੇਅੰਤ ਕਿਉਂ ਨਹੀਂ ਅੱਗੇ ਵਧਣਾ ਚਾਹੁੰਦੇ, ਹੈ ਨਾ। ਅਤੇ ਕਹਿੰਦੇ ਨਹੀਂ, ਤੁਸੀਂ ਤੁਹਾਡੇ ਕੋਲ ਮਟੀਰੀਅਲ ਪਿਆ, ਚਲੋ ਆਪਾਂ ਕਿਤਾਬ ਛਪਾਉਂਦੇ ਹਾਂ। ਅਤੇ ਚਲੋ ਫਿਰ ਕੁਦਰਤੀ ਕੀ ਹੋਇਆ ਕਿ ਆਰਟੀਕਲ ਅਸੀਂ ਭੇਜ ਦਿੱਤੇ ਅਖਬਾਰਾਂ ਨੂੰ। ਤਾਂ ਮੇਰਾ ਗੁੱਡ ਲੱਕ ਕਹਿ ਲਓ ਜਾਂ ਕਹਿ ਲਓ ਅਖਬਾਰਾਂ ਦੇ ਸੰਪਾਦਕ ਸਾਹਿਬ ਦਾ ਧੰਨਵਾਦ ਕਿ ਅਜੀਤ 'ਚ, ਪੰਜਾਬੀ ਟ੍ਰਿਬਿਊਨ 'ਚ, ਪੰਜਾਬੀ ਜਾਗਰਣ, ਸਾਰਿਆਂ 'ਚ ਮੇਰੇ ਆਰਟੀਕਲ ਆਮ ਹੀ ਲੱਗਣੇ ਸ਼ੁਰੂ ਹੋ ਗਏ। ਅਤੇ ਫਿਰ ਹੌਂਸਲਾ ਵੱਧ ਗਿਆ। ਫਿਰ ਉਸ ਤੋਂ ਬਾਅਦ ਚੱਲ ਫਿਰ ਤਾਂ ਰੁਕੇ ਹੀ ਨਹੀਂ। ਜੀ ਬਿਲਕੁਲ, ਕਿਤਾਬਾਂ ਬਹੁਤ ਸੋਹਣੀਆਂ ਨੇ। ਕਿ ਜੇ ਕਿਤਾਬਾਂ ਦੀ ਗੱਲ ਕੀਤੀ ਜਾਵੇ, ਹੁਣ ਤੱਕ ਕਿੰਨੀਆਂ ਕੁ ਜਿਹੜੀਆਂ ਕਿਤਾਬਾਂ ਛਪਵਾ ਲਈਆਂ ਗਈਆਂ ਨੇ? ਹਾਂਜੀ, ਮੇਰੀਆਂ 3 ਕਿਤਾਬਾਂ ਹੁਣ ਤੱਕ ਆ ਚੁੱਕੀਆਂ। ਜਿਹੜੀ ਗੁਰੂ ਨਾਨਕ ਦਾ ਧਰਮ ਯੁੱਧ ਹੈਗੀ ਹੈ, ਇਹਦੇ 'ਚ ਸਾਡੇ ਸਾਂਝੇ ਆਰਟੀਕਲ ਹੈ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ ਵੱਲੋਂ ਹਾਂਜੀ ਪ੍ਰਕਾਸ਼ ਕੀਤੀ ਗਈ ਹੈਗੀ ਹੈ ਅਤੇ ਸੰਪਾਦਕ ਕੀਤੀ ਗਈ ਹੈ। ਅਤੇ ਬਾਕੀ ਮੇਰੀ ਇੱਕ ਪੋਇਟਰੀ ਦੀ ਅਤੇ ਇੱਕ ਅਕਲਾਂ ਵਾਲੇ ਮੋੜੋ ਮੁਹਾਰਾਂ ਵਾਰਤਕ ਹੈਗੀ ਆ, ਅਤੇ ਇੱਕ ਪ੍ਰਸ਼ਨੋਤਰੀ ਹੈਗੀ ਆ ਆਪਣੇ 10 ਗੁਰੂ ਸਾਹਿਬਾਨ ਅਤੇ ਸਮਕਾਲੀ ਸਮਾਜ, ਜਿਹੜੀ ਮੈਂ ਸੋਚਦੀ ਕਿ ਸਾਡੇ ਬੱਚਿਆਂ ਦੇ ਕੰਮ ਆਊਗੀ। ਉਹ 'ਚ ਸਾਰੇ ਪ੍ਰਸ਼ਨ ਉੱਤਰੀ ਆ, ਉੱਤੇ ਬਹੁਤ ਗੁਰੂ ਸਾਹਿਬ ਦੀ
ਕਿਰਪਾ ਰਹੀ ਹੈ ਕਿ ਬਹੁਤ ਮਿਹਨਤ ਕਰਕੇ ਉਹ ਕਿਤਾਬ ਜਿਹੜੀ ਹੈਗੀ ਸਿਰੇ ਚੜੀ ਹੈਗੀ। ਹਾਂਜੀ, ਗੱਲ ਕਰਦੇ ਹਾਂ ਕਿ ਹੁਣ ਘਰਦਿਆਂ ਦਾ ਸਹਿਯੋਗ, ਜਿੱਥੇ ਵੀ ਔਰਤ ਨੇ ਕਿਸੇ ਖੇਤਰ ਜਾਣਾ ਹੋਵੇ ਨਾ, ਤਾਂ ਸਾਡੀ ਫੈਮਿਲੀ ਬਹੁਤ ਮੈਟਰ ਕਰਦੀ ਹੈ ਕਿ ਉਹ ਸਾਨੂੰ ਕਿੰਨਾ ਕੁ ਸਹਿਯੋਗ ਦਿੰਦੀ ਹੈ। ਜੇਕਰ ਜੇ ਮਿਡਲ ਫੈਮਿਲੀ ਦੀ ਜਾਂ ਸਧਾਰਨ ਫੈਮਿਲੀ ਦੀ ਗੱਲ ਅਸੀਂ ਕਰ ਲਈਏ ਤਾਂ ਉੱਥੇ ਕੁੜੀਆਂ ਨੂੰ ਦਿੱਕਤਾਂ ਜ਼ਰੂਰ ਆਉਂਦੀਆਂ ਨੇ। ਆਮ ਤੌਰ 'ਤੇ ਕਿਹਾ ਜਾਂਦਾ ਕਿ ਨਹੀਂ, ਪਿੰਡ ਤੋਂ ਬਾਹਰ ਨਹੀਂ ਜਾਣਾ, ਅਸੀਂ ਇੱਥੇ ਨਹੀਂ ਪੜ੍ਹਾਉਣਾ, ਬਸ ਇੱਦਾਂ ਪੜ੍ਹ ਲਓ, ਪ੍ਰਾਈਵੇਟ ਪੜ੍ਹ ਲਓ, ਇਹ ਕਰ ਲਓ, ਉਹ ਕਰ ਲਓ। ਆਮ ਤੌਰ 'ਤੇ ਕੁੜੀਆਂ ਨੂੰ ਇਹ ਚੀਜ਼ਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਈ ਕੁੜੀਆਂ ਨੂੰ ਬੜਾ ਸਹਿਯੋਗ ਵੀ ਮਿਲ ਜਾਂਦਾ, ਜਿੱਥੇ ਉਹ ਬਹੁਤ ਉੱਚੇ ਉੱਚੇ ਮੁਕਾਮ 'ਤੇ ਪਹੁੰਚ ਵੀ ਜਾਂਦੀਆਂ ਨੇ। ਤੁਹਾਨੂੰ ਕਿਵੇਂ ਦਾ ਸਹਿਯੋਗ ਮਿਲਿਆ ਸੀ ਇਹ ਜੋ ਕਿਤਾਬਾਂ ਵੱਲ ਆਉਣ ਵੇਲੇ? ਐਕਚੁਅਲੀ ਮੈਂ ਸੋਚਦੀ ਹਾਂ ਜੇ ਕੁੜੀ ਕੋਈ ਜੱਜ ਵੀ ਬਣ ਜਾਵੇ ਨਾ, ਤਾਂ ਆਪਾਂ ਪਹਿਲਾਂ ਵੀ ਇਸ ਟੌਪਿਕ 'ਤੇ ਗੱਲ ਕਰ ਚੁੱਕੇ ਵੀ ਜੱਜ ਵੀ ਬਣ ਜਾਵੇ ਕੋਈ ਕੁੜੀ ਤਾਂ ਉਹਨੂੰ ਫਿਰ ਵੀ ਜਿੱਦਾਂ ਜੇ ਆਪਾਂ ਕਹੀਏ ਵੀ ਸਿੰਪਲ ਰਸਤਾ ਨਹੀਂ ਮਿਲਦਾ, ਸੌਖਾ ਰਸਤਾ ਨਹੀਂ ਮਿਲਦਾ ਉਹਨੂੰ। ਜੱਜ ਬਣ ਕੇ ਵੀ ਉਹਦੀ ਲਾਈਫ ਵਿੱਚ ਭਾਵੇਂ ਕਿ ਹੋਰ ਲੋਕਾਂ ਲਈ ਫੈਸਲੇ ਕਰਦੀ ਹੋਊਗੀ ਤੇ ਪਰ ਆਪਦੇ ਲਈ ਫਿਰ ਵੀ ਉਹਨੂੰ ਹਰ ਫੈਸਲਾ ਪੁੱਛ ਕੇ ਹੀ ਕਰਨਾ ਪੈਂਦਾ ਹੈਗਾ। ਤੇ ਪਰ ਕਈਆਂ ਚੀਜ਼ਾਂ 'ਚ ਮੈਂ ਲੱਕੀ ਰਹੀ ਹਾਂ, ਜਿੱਦਾਂ ਮੇਰੇ ਸਹੁਰਾ ਸਾਹਿਬ ਜੁਆਇੰਟ ਡਾਇਰੈਕਟਰ ਰਿਟਾਇਰ ਹੋਏ ਸੀਗੇ ਤੇ ਬਹੁਤ ਨਾਈਸ ਪਰਸਨ ਸੀਗੇ। 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋਈ ਆ ਤੇ ਉਹਨਾਂ ਨੇ ਮੈਨੂੰ ਬਹੁਤ ਕੋਆਪਰੇਟ ਕੀਤਾ, ਬਹੁਤ ਜ਼ਿਆਦਾ ਮਤਲਬ ਖੁਸ਼ ਹੁੰਦੇ ਸੀਗੇ। ਇੱਥੋਂ ਤੱਕ ਕਿ ਮੇਰੀ ਜਿਹੜੀ ਪਹਿਲੀ ਬੁੱਕ ਸੀ ਉਹ ਤਾਂ ਆਪਣੇ ਸਰਾਣੇ ਰੱਖਦੇ ਹੁੰਦੇ ਸੀਗੇ, ਫਿਰ ਹਮੇਸ਼ਾ ਪੁੱਛਦੇ ਸੀ ਹੋਰ ਬੇਅੰਤ ਕੀ ਲਿਖਿਆ। ਤੇ ਬਾਕੀ ਸਾਰਿਆਂ ਦਾ ਸਹਿਯੋਗ ਰਿਹਾ ਹੈਗਾ। ਤੇ ਥੋੜਾ ਜਿਹਾ ਜਿਵੇਂ ਪੇਰੈਂਟਸ ਨੂੰ ਦਾ ਆਪਾਂ ਕਹਿ ਦਈਏ ਤੇ ਉਹਨਾਂ ਨੂੰ ਆਪਦੇ ਬੱਚੇ ਥੋੜੇ ਕਮਲੇ ਹੀ ਲੱਗਦੇ ਹੁੰਦੇ ਆ। ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਹੁੰਦਾ ਕਿ ਸਾਡੇ ਬੱਚੇ ਇਦਾਂ ਕਰ ਗੁਜ਼ਰਨਗੇ। ਤੇ ਬਾਕੀ ਜਿੱਦਾਂ ਮੈਂ ਸੋਚਦੀ ਕਿ ਪੇਰੈਂਟਸ ਵੱਲੋਂ ਅਸੀਂ ਬਹੁਤ ਲੱਕੀ ਰਹੀਆਂ। ਅਸੀਂ 4 ਭੈਣਾਂ ਸੀ, ਇੱਕ ਭਰਾ ਸਾਡਾ ਵੱਡਾ ਸੀਗਾ। ਤੇ ਮਤਲਬ ਸਾਡੇ ਨੇੜੇ ਤੇੜੇ ਮੈਨੂੰ ਲੱਗਦਾ 10-15 ਕਿਲੋਮੀਟਰ ਤੱਕ ਬਈ 12 ਦਾ ਸਕੂਲ ਨਹੀਂ ਹੋਣਾ, 10 ਦਾ ਵੀ ਨਹੀਂ ਹੋਣਾ, 8 ਦਾ ਵੀ ਨਹੀਂ ਹੋਣਾ, 12 ਤਾਂ ਬਹੁਤ ਦੂਰ ਦੀ ਗੱਲ। ਤੇ ਫਿਰ ਵੀ ਅਸੀਂ ਪੋਸਟ ਗ੍ਰੈਜੂਏਸ਼ਨ ਹੈਗੇ। ਆਈ ਥਿੰਕ ਮੈਂ ਪੇਰੈਂਟਸ ਦਾ ਅਸੀਂ ਨਹੀਂ ਦੇ ਸਕਦੇ। ਜੀ ਬਿਲਕੁਲ। ਜੇਕਰ ਗੱਲ ਕੀਤੀ ਜਾਵੇ ਤੁਹਾਡੇ ਹਮਸਫਰ ਦੀ, ਉਹ ਕਿੰਨਾ ਕੁ ਸਹਿਯੋਗ ਦੇ ਦਿੰਦੇ ਨੇ ਕਿ ਜਿੱਦਾਂ ਲਿਖਣ ਦਾ ਟਾਈਮ ਤੁਸੀਂ ਇੱਥੇ ਆ ਕੇ ਇਕਾਂਤ ਦੇ ਵਿੱਚ ਬੈਠ ਕੇ ਲਿਖਦੇ ਹੋ, ਘਰ ਦੇ ਵਿੱਚ ਆਪਣੇ ਬੱਚੇ ਵੀ ਸਾਂਭਦੇ ਹੋ, ਆਪਣੇ ਉਹਨਾਂ ਨੇ ਆਪ ਵੀ ਜੌਬ 'ਤੇ ਜਾਣਾ ਹੁੰਦਾ, ਉਹ ਸਭ ਚੀਜ਼ਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਫਿਰ? ਨਹੀਂ ਮੈਨੂੰ ਮਤਲਬ ਹਸਬੈਂਡ ਨੇ ਵੀ ਸਭ ਨੇ ਮਤਲਬ ਕੋਆਪਰੇਟ ਕੀਤਾ। ਮੇਰੇ ਬੱਚੇ ਬਹੁਤ ਹੈਪੀ ਹੁੰਦੇ ਆ ਜਦੋਂ ਮੈਂ ਲਿਖਦੀ ਹਾਂ, ਜਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਬੱਚੇ ਮੇਰੇ, ਮੈਨੂੰ ਟਾਈਮ ਵੀ ਦਿੰਦੇ ਆ। ਸਪੈਸ਼ਲੀ ਇੱਥੋਂ ਤੱਕ ਕਿ ਕਈ ਵਾਰ ਮੈਨੂੰ ਹੁੰਦਾ ਕਿ ਮੈਨੂੰ ਘੁਮਾਉਣ ਵੀ ਨਾਲ ਬਹੁਤ ਦੂਰ ਦੂਰ ਤੱਕ ਲੈ ਕੇ ਜਾਂਦੇ ਆ ਕਿ ਮੋਮ ਤੈਨੂੰ ਕੋਈ ਹੋਰ ਨਵਾਂ ਪਲਾਟ ਮਿਲੂਗਾ, ਨਵਾਂ ਸਬਜੈਕਟ ਮਿਲੂਗਾ। ਜੇਕਰ ਗੱਲ ਕੀਤੀ ਜਾਵੇ ਅੱਜ ਸਾਡੇ ਸਾਹਿਤ ਦਾ ਵੀ ਮੂੰਹ ਮਹਾਂਦਰਾ ਜਿਹੜਾ ਬਦਲਦਾ ਜਾ ਰਿਹਾ ਹੈ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਆਉਂਦੀਆਂ। ਕਈ ਬੱਚੇ ਜਿਹੜੇ ਨੇ ਆਮ ਤੌਰ 'ਤੇ ਅਸੀਂ ਗੱਲ ਕੀਤੀ ਜਾਵੇ ਤਾਂ ਕਿਤਾਬਾਂ ਤੋਂ ਬੜਾ ਦੂਰ ਹੋ ਰਹੇ ਨੇ। ਉਹਨਾਂ ਨੂੰ ਕੀ ਹੁੰਦਾ, ਮੋਬਾਈਲ ਦੇ ਦਿਓ, ਅਸੀਂ ਗੇਮਸ ਖੇਡਣੀਆਂ ਵਾ, ਜਾਂ YouTube 'ਤੇ ਅਸੀਂ ਕੁਛ ਨਾ ਕੁਛ ਕਾਰਟੂਨ ਦੇਖਣੇ ਆ। ਛੋਟੇ ਬੱਚਿਆਂ ਦੀ ਗੱਲ ਕੀਤੀ, ਉਹ ਕਾਰਟੂਨ ਵਾਲੇ। ਜਿਹੜੇ ਸਾਡੇ ਵਾਂਗੂ ਵੱਡੇ ਬੱਚੇ ਹੋਣਗੇ ਉਹਨਾਂ ਦੇ ਵਿੱਚ ਉਹ ਕੀ ਹੁੰਦਾ, ਬਸ YouTube 'ਤੇ ਦੇਖ ਲਓ, ਫਿਲਮਾਂ ਦੇਖ ਲਓ, ਕਦੇ ਵੀ ਕੋਈ ਵੀ ਜਿਹੜਾ ਆ ਕਿਤਾਬਾਂ ਵੱਲ ਨਹੀਂ ਆਉਂਦਾ। ਇਹ ਕੀ ਕਾਰਨ ਹੈ ਕਿ ਜਿਹੜੇ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ? ਮੈਮ ਇਹ ਤੁਹਾਡਾ ਸਵਾਲ ਮੈਂ ਕਹਿੰਦੀ ਹਾਂ ਵੀ ਬਹੁਤ ਵਧੀਆ, ਇੱਕ ਤਰਾਸਦੀ ਆ, ਬਹੁਤ ਸੰਵੇਦਨਸ਼ੀਲ ਵਿਸ਼ਾ ਜਿਹਦੇ ਤੇ ਆਈ ਥਿੰਕ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਜਿਹੜੀਆਂ ਸਰਕਾਰਾਂ ਨਾਕਾਮਯਾਬ ਹੋ ਚੁੱਕੀਆਂ ਹੈਗੀਆਂ। ਤਾਂ ਅਸਲ ਵਿੱਚ ਸਾਨੂੰ ਅਪਾਹਜ ਬਣਾਇਆ ਜਾ ਰਿਹਾ ਸਾਡੇ ਬੱਚਿਆਂ ਨੂੰ ਕਿ ਅਸੀਂ ਚੰਗੇ ਪਾਸੇ ਆਈਏ ਨਹੀਂ। ਹੁਣ ਤੁਸੀਂ ਦੇਖੋ ਜਿਵੇਂ 10ਵੀਂ 12ਵੀਂ 'ਚ ਕਹਿਤਾ ਵੀ ਇੰਨੇ % ਨੰਬਰ ਆਏ ਆ, ਉਹ ਮੇਰੇ ਖਿਆਲ 'ਚ ਇੱਕ ਬਹੁਤ ਵੱਡੀ ਸਾਜ਼ਿਸ਼ ਆ ਜਿਹੜੀ ਕਿ ਸਾਡੇ ਬੱਚਿਆਂ ਨੂੰ ਇੰਨੇ ਨੰਬਰ ਦੇ ਦਿੱਤੇ ਜਾਂਦੇ ਆ ਕਿ ਉਸ ਤੋਂ ਅੱਗੇ ਮਿਹਨਤ ਹੀ ਨਾ ਕਰਨ, ਕਿ ਉਹਨਾਂ ਨੂੰ ਇੱਕ ਪਲਾਟ ਦਿਖਾ ਦਿੱਤਾ ਜਾਂਦਾ ਕਿ ਤੁਸੀਂ ਬਹੁਤ ਪੜ੍ਹਦੇ ਹੋ। ਤਾਂ ਮੈਂ ਸੋਚਦੀ ਹਾਂ ਕਿ ਜੇ ਆਈ ਥਿੰਕ ਜੇ ਮੈਂ ਗਲਤ ਨਹੀਂ ਹਾਂ ਤਾਂ ਮੈਂ ਸੋਚਦੀ ਕਿ ਬੱਚਿਆਂ ਨੂੰ ਕਦੇ ਵੀ 70% ਤੋਂ ਉੱਪਰ ਨੰਬਰ ਨਹੀਂ ਦੇਣੇ ਚਾਹੀਦੇ, ਕਿਉਂਕਿ ਉਹ ਮਿਹਨਤ ਕਰਨਾ ਭੁੱਲ ਜਾਣਗੇ ਜੇ ਉਹਨਾਂ ਨੂੰ ਆਪਾਂ ਇੰਨੇ ਨੰਬਰ ਦੇਵਾਂਗੇ ਤਾਂ। ਤੇ ਬਾਕੀ ਇਹ ਪਤਾ ਨਹੀਂ ਕਿ ਅੱਗੇ ਤਾਂ ਕਦੇ ਕਿਸੇ ਨੂੰ ਇੰਨੇ ਨੰਬਰ ਨਹੀਂ ਆਉਂਦੇ ਹੁੰਦੇ ਸੀਗੇ। ਤੇ ਇਹ ਵੀ ਇੱਕ ਮੈਂ ਤਾਂ ਸੋਚਦੀ ਹਾਂ ਸਾਜ਼ਿਸ਼ ਆ, ਔਰ ਇਹ ਨਹੀਂ ਹੋਣਾ ਚਾਹੀਦਾ। ਜਿਹੜੇ ਮੋਬਾਈਲ ਵਗੈਰਾ ਹੈਗੀਆਂ ਇਹ ਬੈਨ ਹੋਣੇ ਚਾਹੀਦੀਆਂ। ਗੇਮਾਂ ਵਗੈਰਾ ਜਿਹੜੀਆਂ 1-2 ਹੋਈਆਂ ਵੀ ਆ, ਪਰ ਬਹੁਤ ਸਾਰੀਆਂ ਗੇਮਾਂ ਨੇ ਜਿਹੜੇ ਆਪਾਂ ਦੇਖਦੇ ਹਾਂ ਘਰ ਬਰਬਾਦ ਕਰ ਲਿੱਤੇ ਹੈਗੇ ਆ। ਤਾਂ ਸਰਕਾਰਾਂ ਇਹਦੇ 'ਚ ਸਿੱਧੇ ਤੌਰ 'ਤੇ, ਅਸੀਂ ਵੀ ਮਤਲਬ ਹੈਗੇ ਆ ਜ਼ਿੰਮੇਵਾਰ, ਪਰ ਸਰਕਾਰਾਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਆ। ਸਰਕਾਰਾਂ ਸਾਨੂੰ ਇੱਦਾਂ ਜਿਵੇਂ ਮਦਾਰੀ ਖੇੜਾ ਪਾਉਂਦਾ, ਇੱਦਾਂ ਸਰਕਾਰਾਂ ਦਾ ਹੀ ਰੋਲ ਹੈਗਾ ਹੁਣ ਕਿ ਜਿਵੇਂ ਮਦਾਰੀ ਖੇੜਾ ਪਾ ਰਿਹਾ ਹੈਗਾ ਤੇ ਉਹਦੇ 'ਚ ਅਸੀਂ 5 ਮਿੰਟ ਦੇਖਦੇ ਹਾਂ, ਅਸੀਂ ਆਪਣਾ ਦੁੱਖ ਭੁੱਲ ਜਾਂਦੇ ਹਾਂ, ਜਦੋਂ ਕਿ ਸਾਨੂੰ ਮਦਾਰੀ ਨਹੀਂ ਚਾਹੀਦੇ। ਸਾਨੂੰ ਇੱਦਾਂ ਦੇ ਸਾਨੂੰ ਸਰਕਾਰਾਂ ਇੱਦਾਂ ਦੀਆਂ ਚਾਹੀਦੀਆਂ, ਇੱਦਾਂ ਦੇ ਲੀਡਰ ਚਾਹੀਦੇ ਜਿਹੜੇ ਸਾਡੀਆਂ ਉਹ ਪ੍ਰੋਬਲਮ ਦਾ ਸਮਾਧਾਨ ਕਰਨ, ਸਾਨੂੰ ਅੱਗੇ ਲੈ ਕੇ ਆਉਣ। ਸਾਡੇ ਬੱਚਿਆਂ 'ਚ ਬਹੁਤ ਜ਼ਿਆਦਾ ਟੈਲੈਂਟ ਹੈਗਾ। ਅਸੀਂ ਆਪਣੇ ਇੱਥੇ ਆਫਿਸ ਵਿੱਚ ਹੀ ਅਸੀਂ ਇੱਦਾਂ ਇੱਕ ਖੋਲ੍ਹਣ ਜਾ ਰਹੇ ਹਾਂ ਕੋਚਿੰਗ ਸੈਂਟਰ, ਜਿਹਦੇ 'ਚ ਅਸੀਂ ਬੱਚਿਆਂ ਤੋਂ ਕੋਈ ਫੀਸ ਨਹੀਂ ਲਵਾਂਗੇ। ਉਹਦੇ 'ਚ ਜਿਹਦੇ 'ਚ ਅਸੀਂ ਮਤਲਬ ਮੇਰੇ ਵੱਲੋਂ ਜਿੰਨਾ ਕਿ ਮੈਂ ਦਸਵੰਧ ਕੱਢ ਸਕੀ, ਵਾਹਿਗੁਰੂ ਨੂੰ ਪਤਾ ਹੈਗਾ। ਜਿਵੇਂ ਮੈਂ ਚਾਹੁੰਦੀ ਹਾਂ ਸਾਡੇ ਬੱਚੇ ਇੰਜੀਨੀਅਰ ਬਣ, PCS ਦੇ ਟੈਸਟ ਦੇਣ, SSP ਬਣ, DC ਬਣ, SDM ਬਣ, ਉਹਦੇ ਲਈ ਮੈਂ ਇੱਥੇ ਫ੍ਰੀ ਉਹਨਾਂ ਨੂੰ ਕਿਤਾਬਾਂ ਅਵੇਲੇਬਲ ਕਰਾਊਂਗੀ ਔਰ ਉਹਨਾਂ ਦੀ ਜਿਹੜੀ ਫੀਸ ਐਗਜ਼ਾਮ ਦੀ ਦਊਂਗੀ।
ਤਾਂ ਹੋਰ ਵੀ ਮਤਲਬ ਬਿਜਲੀ ਪਾਣੀ ਉਹ ਫ੍ਰੀ, ਇੱਥੇ ਉਹਨਾਂ ਨੂੰ ਏਸੀ ਵਗੈਰਾ ਦਾ ਸਾਰਾ ਪ੍ਰਬੰਧ ਅਸੀਂ ਕਰਕੇ ਦੇਵਾਂਗੇ ਕਿ ਉਹ ਬਹਿ ਕੇ ਪੜ੍ਹਨ। ਜੇਕਰ ਵੈਸੇ ਗੱਲ ਕੀਤੀ ਜਾਵੇ, ਹੋਰ ਤੁਸੀਂ ਵੀ ਕੋਈ ਜੌਬ ਕਰਦੇ ਹੋ ਜਾਂ ਫਿਰ ਤੁਹਾਡਾ ਲਿਖਣ ਵਾਲੀ ਜ਼ਿਆਦਾ ਧਿਆਨ ਹੈ? ਵੈਸੇ ਮੇਰਾ ਲਿਖਣ ਵੱਲ ਜ਼ਿਆਦਾ ਧਿਆਨ ਹੈ। ਛੋਟੀ ਜੀ ਮੈਂ ਜੌਬ ਵੀ ਕਰਦੀ ਹਾਂ ਆਪਣੇ ਸ਼ੌਂਕ ਦੇ ਤੌਰ ਤੇ, ਜਿੱਦਾਂ ਮੈਨੂੰ ਲੱਗਦਾ ਕਿ ਟਾਈਮ ਪਾਸ ਥੋੜਾ ਜਿਹਾ ਆਪਾਂ ਬਾਹਰ ਵੀ ਆਪਾਂ ਨੂੰ ਸਮਾਜ ਨਾਲ ਜੁੜੇ ਰਹੀਏ ਤਾਂ ਆਪਾਂ ਨੂੰ ਸਮਾਜ ਦੀਆਂ ਪ੍ਰੋਬਲਮ ਪਤਾ ਲੱਗਦੀਆਂ ਤਾਂ ਜੋ ਅਸੀਂ ਚੰਗਾ ਲਿਖ ਸਕਦੇ ਹੈਗੇ। ਜੀ ਬਿਲਕੁਲ। ਜੇਕਰ ਹੁਣ ਤੁਹਾਡੀਆਂ ਕਿਤਾਬਾਂ ਦੀ ਗੱਲ ਕਰ ਲੈਂਦੇ ਫਿਰ ਤੋਂ ਦੁਬਾਰਾ ਕਾਫੀ ਕਿਤਾਬਾਂ ਆ ਚੁੱਕੀਆਂ ਤੇ ਹੁਣ ਨੈਕਸਟ ਕਿਹੜੀ ਆ ਰਹੀ ਹੈ? ਐਕਚੁਅਲੀ ਹੁਣ ਮੇਰੀਆਂ 3 ਕਿਤਾਬਾਂ ਹੁਣ ਤੱਕ ਆ ਚੁੱਕੀਆਂ ਹੈਗੀਆਂ ਤੇ ਹੁਣ ਮੇਰਾ ਇੱਕ ਨਾਵਲ ਸ਼ੁਰੂ ਕੀਤਾ ਹੋਇਆ। ਉਹ ਨਾਵਲ ਮੇਰਾ ਇਦਾਂ ਜਿੱਦਾਂ ਆਪਣੇ ਜੀ ਸਭ ਤੋਂ ਜਿਹੜੀ ਮੈਨੂੰ ਬੁਰੀ ਚੀਜ਼ ਲੱਗਦੀ ਹੈ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਵੀ ਚੁੱਭਦਾ ਹੈ ਗੱਭਰੂਆਂ ਦਾ ਇੰਜਹਾਰ ਜਾਣਾ। ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ, ਜਦੋਂ ਹਾਰਦੇ ਆ ਕੋਈ ਵੀ ਜਦੋਂ ਹਾਰਦਾ ਤੇ ਮੈਨੂੰ ਬਹੁਤ ਦੁੱਖ ਲੱਗਦਾ, ਕਿਉਂਕਿ ਹਰ ਇੱਕ ਦੀ ਲਾਈਫ ਦੇ ਵਿੱਚ ਇਦਾਂ ਦਾ ਸਮਾਂ ਆਇਆ ਹੁੰਦਾ, ਪਰ ਹਾਰਨਾ ਉਹਦਾ ਕੋਈ ਸੋਲੂਸ਼ਨ ਨਹੀਂ ਆ, ਖੁਦਕੁਸ਼ੀ ਕਰ ਲੈਣੀ ਸੋਲੂਸ਼ਨ ਨਹੀਂ ਆ। ਤਾਂ ਫਿਰ ਮੈਂ ਇੱਕ ਇਦਾਂ ਦਾ ਇੱਕ ਨਾਵਲ ਲਿਖ ਰਹੀ ਹਾਂ ਜਿਹਦੇ 'ਚ ਮੈਂ ਚਾਹੁੰਦੀ ਉਹ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਲੱਗੇ ਕਿ ਨਹੀਂ ਅਸੀਂ ਹਾਰਨਾ ਨਹੀਂ ਆ। ਮਤਲਬ ਹਾਰਨਾ ਤਾਂ ਬਹੁਤ ਸੌਖਾ ਹੈ, ਹਾਰ ਲੈ ਸੁਸਾਈਡ ਕਰ ਲੈ, ਸੁਸਾਈਡ ਕਰਨਾ ਸੌਖਾ ਵਾ ਤੇ ਪਰ ਮੈਂ ਚਾਹੁੰਦੀ ਕਿ ਤੁਸੀਂ ਅੱਗੇ ਵਧੋ। ਜਦੋਂ ਤੁਸੀਂ ਇੱਕ ਵੱਡੇ ਦਰਖਤ ਬਣ ਜਾਓਗੇ ਤਾਂ ਫਿਰ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਆ ਕਿ ਤੁਸੀਂ ਹੇਠੋਂ ਆਏ ਹੋ, ਹੈ ਨਾ, ਕਿ ਤੁਹਾਨੂੰ ਕਿਸੇ ਨੇ ਮਿੱਧਿਆ ਸੀ, ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਬੋਰਡ ਬਣ ਜਾਓਗੇ, ਪਿੱਪਲ ਬਣ ਜਾਓਗੇ, ਫਿਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਤੁਹਾਨੂੰ ਕਿਸੇ ਨੇ ਮਿੱਧਿਆ ਸੀ। ਜਾਂ ਤੁਸੀਂ ਹਵਾਈ ਜਹਾਜ਼ ਵਾਂਗੂ ਉੱਡੋਗੇ ਤਾਂ ਫਿਰ ਤੁਹਾਨੂੰ ਦੱਸਣ ਦੀ ਇਹ ਲੋੜ ਨਹੀਂ ਕਿ ਤੁਸੀਂ ਕਦੇ ਪੈਦਲ ਵੀ ਤੁਰਦੇ ਹੁੰਦੇ ਸੀ। ਜੀ ਬਿਲਕੁਲ ਜੀ, ਬਹੁਤ ਖੂਬਸੂਰਤ ਗੱਲਾਂ ਨੇ ਇਹ ਤਾਂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਕਿਉਂਕਿ ਅੱਜ ਕੱਲ੍ਹ ਬੱਚਿਆਂ ਦੇ 'ਚ ਡਿਪਰੈਸ਼ਨ ਜਿਹੜਾ ਹਾਵੀ ਹੋ ਰਿਹਾ ਹੈ, ਸੋ ਉਸ ਕਰਕੇ ਜਿਹੜਾ ਘਰ ਦੀਆਂ ਕੁਝ ਤੰਗੀਆਂ ਤਰੁਸ਼ਟੀਆਂ ਹੁੰਦੀਆਂ ਨੇ ਜਾਂ ਫਿਰ ਅਸੀਂ ਆਮ ਤੌਰ 'ਤੇ ਜਦੋਂ ਬਾਹਰ ਰਹਿੰਦੇ ਹਾਂ ਤਾਂ ਉਹ ਪਰੇਸ਼ਾਨੀਆਂ ਘੇਰ ਲੈਂਦੀਆਂ ਨੇ। ਨਿੱਕੀਆਂ ਨਿੱਕੀਆਂ ਗੱਲਾਂ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਪੀੜ੍ਹੀ ਉਹ ਦਿਲਾਂ 'ਤੇ ਲਾ ਕੇ, ਜਿਹੜਾ ਤੁਸੀਂ ਆਤਮ ਹੱਤਿਆ ਦੀ ਗੱਲ ਕਰ ਰਹੇ ਹੋ, ਇਸੇ ਤਰ੍ਹਾਂ ਜਿਹੜੀ ਹੈ ਇਹ ਅੱਜ ਦੀ ਪੀੜ੍ਹੀ ਜਿਹੜੀ ਇਸ ਰਾਹ ਵੱਲ ਤੁਰੀ ਜਾ ਰਹੀ ਹੈ। ਸੋ ਤੁਸੀਂ ਅੱਜ ਸਾਨੂੰ ਬਹੁਤ ਖੂਬਸੂਰਤ ਸਮਾਂ ਦਿੱਤਾ, ਆਪਣੇ ਬਿਜ਼ੀ ਟਾਈਮ ਦੇ ਵਿੱਚੋਂ ਟਾਈਮ ਕੱਢਿਆ। ਅੱਜ ਦੀ ਮਹਾਮਾਰੀ ਵੀ ਚੱਲ ਰਹੀ ਹੈ, ਬਹੁਤ ਸਾਰੇ ਲੋਕ ਅਵੋਇਡ ਵੀ ਕਰਦੇ ਇੱਕ ਦੂਜੇ ਨੂੰ ਮਿਲਣਾ, ਪਰ ਤੁਸੀਂ ਅੱਜ ਜਦੋਂ ਤੁਹਾਨੂੰ ਲਾਈਵ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਛੋਟੀ ਜਿਹੀ ਵੀਡੀਓ ਤੋਂ ਬਾਅਦ ਤੁਹਾਡੇ ਕੋਲ ਅਸੀਂ ਪਹੁੰਚੇ ਹਾਂ, ਤੁਸੀਂ ਉਸੇ ਟਾਈਮ ਕਿਹਾ ਕਿ ਹਾਂਜੀ ਆ ਜਾਓ ਜ਼ਰੂਰ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸ਼ੁਕਰੀਆ ਤੁਹਾਡਾ ਸਾਰੀ ਟੀਮ ਦਾ ਕਿ ਤੁਸੀਂ ਮੈਨੂੰ ਸਾਰਿਆਂ ਦੇ ਰੂਬਰੂ ਕੀਤਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਸਾਰੇ ਜਿਹੜੇ ਗਾਉਣਾ ਤੁਹਾਡੇ ਸਾਰੇ ਦੋਸਤਾਂ ਦੇ ਹੀ ਹੈਗੇ ਆ, ਤਾਂ ਉਹ ਸਾਰੇ ਐਕਸੈਪਟ ਕਰਨ। ਜੇ ਕੋਈ ਔਗਣ ਮੇਰੇ 'ਚ ਬੋਲਦਿਆਂ ਕੁਝ ਹੋਇਆ ਤਾਂ ਉਹ ਮੇਰਾ ਆਪਣਾ, ਉਹ ਮੇਰੇ ਲਈ ਮੈਨੂੰ ਮਾਫ ਕਰ ਦਿੱਤਾ ਜਾਵੇ। ਜਿਹੜਾ ਜ਼ਰੂਰ, ਜਦੋਂ ਤੁਸੀਂ ਸਾਹਿਤ ਮੰਚ ਤੇ ਜਾਂਦੇ ਹੋ ਹੈ ਨਾ, ਕਈ ਵਾਰ ਤੁਹਾਨੂੰ ਸੱਦਦੇ ਵੀ ਹੁੰਦੇ ਉੱਥੇ ਕਿ ਅੱਜ ਆਪਾਂ ਇੱਥੇ ਸਾਹਿਤ ਪ੍ਰੋਗਰਾਮ ਹੋ ਰਿਹਾ, ਉਹਦੇ ਵਿੱਚ ਕਦੀ ਆਵਾਜ਼ ਉਠਾਉਣੇ ਹੁੰਦੇ ਆ ਕਿ ਜਿੱਦਾਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨੂੰ ਸਾਹਿਤ ਨਾਲ ਕਿੱਦਾਂ ਜੋੜਿਆ ਜਾ ਸਕੇ? ਬਿਲਕੁਲ, ਅਸੀਂ ਉਪਰਾਲੇ ਕਰ ਰਹੇ ਹੈਗੇ ਆ। ਇੱਥੇ ਮੈਂ ਇੱਕ ਲਾਇਬ੍ਰੇਰੀ ਅਸੀਂ ਆਯੋਜਿਤ ਕਰ ਰਹੇ ਹੈਗੇ ਆ ਕਿ ਜਿੱਥੇ ਫ੍ਰੀ 'ਚ ਉਹ ਮਤਲਬ ਬੈਠਣ ਆ ਕੇ ਬੱਚੇ ਪੜ੍ਹਨ, ਤੇ ਸਾਡੀ ਹਰ ਸੰਭਵ ਕੋਸ਼ਿਸ਼ ਹੈ। ਮੈਨੂੰ ਖਾਸ ਕਰਕੇ ਮੈਂ ਆਪਣੇ ਮੋਗੇ ਤੋਂ ਇੱਦਾਂ ਸ਼ੁਰੂ ਕਰਨਾ ਚਾਹੁੰਦੀ ਹਾਂ ਕਿ ਮੇਰੇ ਮੋਗੇ ਦੇ ਬੱਚੇ, ਮੈਂ ਜਿਹੜਾ ਵੀ ਬੱਚਾ ਦੇਖਾਂ ਉਹ ਭਾਵੇਂ ਕਿ ਉਹ DC ਦੀ ਚੇਅਰ 'ਤੇ ਨਾ ਬੈਠਾ ਹੋਵੇ, ਪਰ ਉਹ ਮਤਲਬ DC ਵਰਗੀ ਉਹਦੇ 'ਚ ਸੈਂਸ ਹੋਵੇ। ਮੈਂ ਹਰ ਆਪਣੇ ਮੋਗੇ ਦੇ ਹਰ ਬੱਚੇ ਨੂੰ ਇੱਦਾਂ ਦੇਖਣਾ ਚਾਹੁੰਦੀ ਹਾਂ, ਹਰ ਨੌਜਵਾਨ ਨੂੰ ਇੱਦਾਂ ਦੇਖਣਾ ਚਾਹੁੰਦੀ ਹਾਂ ਕਿ ਉਹਦੇ 'ਚ ਇੰਨੀ ਸੈਂਸ ਹੋਵੇ। ਜ਼ਰੂਰੀ ਨਹੀਂ ਕਿ ਉਹ ਮਤਲਬ ਉੱਥੇ ਬੈਠੇ ਸੀਟ 'ਤੇ, ਬਸ ਉਹਨੂੰ ਇੰਨੀ ਨੌਲੇਜ ਹੋਵੇ, ਉਹਨੂੰ ਸਮਾਜ ਦੀਆਂ ਚਿੰਤਾ ਹੋਵੇ ਕਿ ਉਹਨੇ ਕਿੱਦਾਂ ਅਸੀਂ ਸਮਾਜ ਨੂੰ ਬਦਲਣਾ। ਬਸ ਮੈਂ ਆਪਣੇ ਸਮਾਜ ਦਾ ਹਰ ਮੁੰਡਾ ਕੁੜੀ ਬਸ ਇੱਦਾਂ ਦੇਖਣਾ ਚਾਹੁੰਦੀ ਹਾਂ ਕਿ ਬਹੁਤ ਜ਼ਿਆਦਾ ਉਹਦੇ 'ਚ ਇੱਕ ਮਨੋਬਲ ਹੋਵੇ ਤੇ ਬਹੁਤ ਜ਼ਿਆਦਾ ਕਹਿਣ ਦਾ ਮਤਲਬ ਕਿ ਉਹਦਾ ਸੋਚਣ ਦਾ ਘੇਰਾ ਜਿਹੜਾ ਇੰਨਾ ਵਿਸ਼ਾਲ ਹੋਵੇ ਕਿ ਅਸੀਂ ਉਹਦੇ ਸਾਹਮਣੇ ਜਿੱਦਾਂ ਕਹੀਏ ਵੀ ਹੈ ਸਾਡਾ ਹੀ ਬੱਚਾ, ਸਾਨੂੰ ਯਕੀਨ ਨਾ ਆਵੇ। ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਇੱਕ ਵਾਰ ਫਿਰ ਤੋਂ ਗੱਲ ਕਰ ਲੈਣੇ ਇਸ ਫਿਰ ਘਰੇਲੂ ਦਵਾਈ ਦੀ, ਤੇ ਹੁਣ ਜੇਕਰ ਕਿਸੇ ਨੇ ਬਣਾਉਣੀ ਹੋਣ ਤਾਂ ਤੁਸੀਂ ਬਣਾ ਸਕਦੇ ਹੋ। ਜੇਕਰ ਕਿਸੇ ਨੇ ਸੁਜੈਸ਼ਨ ਲੈਣਾ ਹੋਵੇ ਤਾਂ ਮੈਮ ਦਾ ਫੇਸਬੁੱਕ ਪੇਜ ਹੈ ਬੇਅੰਤ ਕੌਰ ਗਿੱਲ ਦੇ ਨਾਮ ਤੇ, ਉਹਨਾਂ ਦੀ ID ਵੀ ਚੱਲ ਰਹੀ, ਤੁਸੀਂ ਜ਼ਰੂਰ ਜਿਹੜਾ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਬੜੇ ਪਿਆਰ ਦੇ ਨਾਲ ਜਵਾਬ ਵੀ ਦਿੰਦੇ ਨੇ, ਕਾਲ ਵੀ ਅਟੈਂਡ ਕਰਦੇ ਨੇ। ਜੇਕਰ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਇਹ ਜਿਹੜੀ ਬਿਮਾਰੀ ਤੁਸੀਂ ਦੂਰ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਮੈਮ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਸਾਰੀ ਟੀਮ ਦਾ ਜੀ। ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ, ਇਹ ਸਨ ਸਾਡੇ ਨਾਲ ਬੇਅੰਤ ਕੌਰ ਗਿੱਲ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਰਾਈਟਰ ਵੀ ਨੇ, ਬਹੁਤ ਸੋਹਣਾ ਲਿਖਦੇ ਨੇ, ਕਿਤਾਬਾਂ ਵੀ ਬਹੁਤ ਸਾਰੀਆਂ ਆ ਚੁੱਕੀਆਂ ਨੇ। ਸੋ ਜਿੱਥੇ ਗਜ਼ਲਾਂ ਦੇ ਨਾਲ, ਕਵਿਤਾਵਾਂ ਦੇ ਨਾਲ ਇਹਨਾਂ ਦਾ ਪਿਆਰ ਝਲਕਦਾ ਹੈ, ਉੱਥੇ ਇੱਕ ਘਰ ਦੇ ਵਿੱਚ ਵੀ ਬੜੀ ਜ਼ਿੰਮੇਵਾਰੀ ਦੇ ਨਾਲ ਹਰ ਇੱਕ ਚੀਜ਼ ਨੂੰ ਨਿਭਾਉਂਦੇ ਨੇ, ਕਿਉਂਕਿ ਮਹਿਲਾਵਾਂ ਹੀ ਘਰ ਨੂੰ ਤੋਰਨ ਵਾਲੀਆਂ ਹੁੰਦੀਆਂ ਨੇ। ਤੇ ਅੱਜ ਇਹ ਪੂਰੇ ਜਿਹੜੇ ਛਾਏ ਹੋਏ ਨੇ, ਤੇ ਨਾਲ ਦੀ ਨਾਲ ਜਿਹੜੀਆਂ ਕਿਸੇ ਨੂੰ ਕੋਈ ਪ੍ਰੋਬਲਮ ਹੈ, ਬਿਮਾਰੀ ਹੈ, ਉਹ ਵੀ ਤੁਸੀਂ ਜਿਹੜੀ ਇਸ ਵੀਡੀਓ ਰਾਹੀਂ ਵੀ ਦੇਖ ਕੇ ਤੁਸੀਂ ਉਸ ਬਿਮਾਰੀ ਨੂੰ ਦੂਰ ਕਰ ਸਕਦੇ ਹੋ। ਜੇਕਰ ਤੁਸੀਂ ਮੈਮ ਹੋਣਾ ਨਾਲ ਗੱਲ ਕਰਨੀ ਹੈ ਤਾਂ ਬੇਅੰਤ ਕੌਰ ਗਿੱਲ ਦੇ ਨਾਮ ਤੇ ਉਹਨਾਂ ਦੀ ਫੇਸਬੁੱਕ ID, ਤੁਸੀਂ ਉੱਥੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆ ਗਿਆ ਕੈਮਰਾਮੈਨ ਪ੍ਰਵਿੰਦਰ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।